ਤੁਸੀਂ ਕੀ ਐਕਸਪੈਕਟ ਕਰਦੇ ਹੋ ਜਾਂ ਸਾਡਾ ਪੰਜਾਬ ਦਾ ਯੂਥ ਕੀ ਐਕਸਪੈਕਟ ਕਰਦਾ ਹੈ ਸਰਕਾਰ ਤੋਂ? ਤੇ ਜੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਾ ਫਤਵਾ ਮਿਲਿਆ 2022 ਚ ਤੇ ਉਹਦੇ ਚ ਜੇ ਆਪਾਂ ਕਹੀਏ ਸਭ ਤੋਂ ਵੱਡਾ ਯੋਗਦਾਨ ਰਿਹਾ ਨਾ ਤੇ ਉਹ ਨੌਜਵਾਨਾਂ ਦਾ ਰਿਹਾ। ਇਸੇ ਗੱਲ ਕਰਕੇ ਰਿਹਾ ਕਿਉਂਕਿ ਪਿਛਲੀਆਂ ਸਰਕਾਰਾਂ ਤੋਂ ਨੌਜਵਾਨ ਨਿਰਾਸ਼ ਸੀ, ਮਾਯੂਸੀ ਦਾ ਪੀੜਿਤ ਸੀ। ਪਿਛਲੀਆਂ ਸਰਕਾਰਾਂ ਨੇ ਵੀ ਬੜੀਆਂ ਐਡਵਰਟਾਈਜ਼ਮੈਂਟ ਤੇ ਖਰਚਾ ਕੀਤਾ ਸੀ। ਮੈਨੂੰ ਯਾਦ ਹੈ ਕੈਪਟਨ ਸਾਹਿਬ ਨੇ ਬੜੇ ਵੱਡੀਆਂ ਹੋਰਡਿੰਗਸ ਲਗਾਤੀਆਂ ਸੀ, ਅਸੀਂ ਆਹ ਕੰਮ ਕੀਤਾ, ਪਰ ਲੋਕਾਂ ਨੇ ਨਤੀਜੇ 'ਚ ਦੱਸਤਾ ਕਿ ਕਿਹੜਾ ਕੰਮ ਕੀਤਾ। ਜਦੋਂ ਚੰਨੀ ਸਾਹਿਬ ਆਏ ਉਹਨਾਂ ਨੇ ਵੀ ਪ੍ਰਚਾਰ ਤੇ ਬੜਾ ਜ਼ੋਰ ਲਾਇਆ, ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਉਹਨਾਂ ਨੇ ਵੀ ਜਗ੍ਹਾ ਤੇ ਪੋਸਟਰ ਲਗਾਏ ਤੇ ਆਪਣੀਆਂ ਦੋਨੋਂ ਸੀਟਾਂ ਹਾਰ ਗਏ। ਹੁਣ ਉਸੇ ਰਾਹ ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੀ ਤੁਰੀ ਹੋਈ ਹੈ, ਪਰ ਕਿਤੇ ਨਾ ਕਿਤੇ ਤਾਂ ਬੇਰੁਜ਼ਗਾਰੀ ਵੱਧਦੀ ਨਜ਼ਰ ਆ ਰਹੀ। ਬਿਲਕੁਲ ਮੈਮ, ਤੁਸੀਂ ਅੱਜ ਵੀ ਦੇਖ ਲਓ ਕਿ ਆਇਲ ਸੈਂਟਰ ਭਰੇ ਪਏ ਆ ਤੇ ਕਾਲਜ ਖਾਲੀ ਨੇ। ਤੇ ਇਹ ਕਲੀਅਰ ਸੰਕੇਤ ਹੈ ਕਿ ਨੌਜਵਾਨਾਂ ਨੂੰ ਜੇ ਨੌਕਰੀ ਨਹੀਂ ਮਿਲ ਰਹੀ ਤਾਂ ਬਾਹਰਲੇ ਦੇਸ਼ਾਂ ਨੂੰ ਭੱਜ ਰਿਹਾ। ਇੱਕ ਨੌਜਵਾਨ ਆਇਆ ਜ਼ੋਮੈਟੋ ਡਿਲੀਵਰੀ ਦਾ ਕੰਮ ਕਰਦਾ ਸੀ। ਮੈਂ ਉਹਨੂੰ ਪੁੱਛਿਆ ਤੂੰ ਕੀਤਾ ਕੀ ਹੋਇਆ? ਕਹਿੰਦਾ ਭਾਜੀ ਮੈਂ ਨਾ ਮਾਸਟਰਸ ਕੀਤੀ ਹੋਈ ਹੈ ਤੇ ਕਹਿੰਦਾ ਮੈਂ 2 ਸਾਲ ਧੱਕੇ ਖਾਂਦਾ ਰਿਹਾ, ਮੈਨੂੰ ਨੌਕਰੀ ਨਹੀਂ ਮਿਲੀ ਤੇ ਮੇਰੀ ਮਜਬੂਰੀ ਬਣ ਗਈ ਕਿ ਹੁਣ ਮੈਂ ਜ਼ੋਮੈਟੋ ਤੇ ਐਜ਼ ਅ ਡਿਲੀਵਰੀ ਬॉय ਕੰਮ ਕਰ ਰਿਹਾ। ਸਿੱਧੂ ਮੂਸੇਵਾਲਾ ਜਿਹਨੂੰ ਕਿੰਨੇ ਕਰੋੜਾਂ 'ਚ ਉਹਦੇ ਫਾਲੋਅਰ ਸੀਗੇ ਤੇ ਮੈਂ ਦੇਖਿਆ ਪਹਿਲਾ ਸਰਦਾਰ ਮੁੰਡਾ ਸੀ ਜਿਹਦੇ ਜਾਣ ਤੋਂ ਬਾਅਦ ਗੋਰੇ ਵੀ ਰੋਏ ਤੇ ਕਾਲੇ ਵੀ ਰੋਏ। ਇਹ ਉਹਦੀ ਫੋਲੋਇੰਗ ਸੀ, ਉਹਦੀ ਮਿਹਨਤ ਸੀ ਕਿ ਛੋਟੇ ਜਿਹੇ ਪਿੰਡ ਤੋਂ ਉੱਠਿਆ ਨੌਜਵਾਨ ਜਿਹਨੇ ਵਰਲਡ ਵਾਈਡ ਆਪਣਾ ਨਾਮ ਕਮਾਇਆ। ਸੋ ਆਪਾਂ ਉਹਨੂੰ ਨਹੀਂ ਮਹਿਫੂਜ਼ ਰੱਖ ਸਕੇ ਤੇ ਇਹ ਸਵਾਲਾਂ ਦੇ ਘੇਰੇ 'ਚ ਤਾਂ ਪਾਰਟੀ ਖੜੀ ਹੋਈ ਹੈ। ਇਹ ਦਿੱਲੀ ਕਹਿਣ ਦਾ ਭਾਵ ਸਿਰਫ ਇਹ ਹੁੰਦਾ ਕਿ ਇਹਨਾਂ ਨੇ ਆਪਣੇ ਸੁਪਰੀਮੋ ਨੂੰ ਪ੍ਰਮੋਟ ਕਰਨਾ, ਔਰ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਹੈ। ਹੁਣ ਦਿੱਲੀ ਤੋਂ ਵੀ ਉੱਪਰ ਬੜੇ ਸਕੂਲ ਨੇ। ਜੇ ਤੁਸੀਂ ਆਪਾਂ ਬਾਹਰਲੇ ਦੇਸ਼ਾਂ ਦੀ ਉਦਾਹਰਨ ਦਈਏ ਤੇ ਉਹਨਾਂ ਨੇ ਤਾਂ ਐਗਜ਼ਾਮਪਲ ਸੈੱਟ ਕੀਤੀ ਹੈ, ਫਿਰ ਆਪਾਂ ਉੱਥੋਂ ਕਿਉਂ ਨਹੀਂ ਸਿੱਖਦੇ? ਮੇਰੀ ਮਾਨ ਸਾਹਿਬ ਨੂੰ ਵੀ ਬੇਨਤੀ ਹੈ ਤੇ ਕੇਂਦਰ ਦੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਥੋੜਾ ਤਰਸ ਕਰ ਲਓ ਮਿਡਲ ਕਲਾਸ ਲੋਕਾਂ ਤੇ। ਤੁਸੀਂ ਮਿਡਲ ਕਲਾਸ ਲੋਕਾਂ ਦਾ ਖੂਨ ਚੂਸ ਲਿਆ। ਮੈਕਸਿਮਮ ਟੈਕਸ ਪੇਅਰਸ ਮਿਡਲ ਕਲਾਸ ਹੈ। ਮਿਡਲ ਕਲਾਸ ਹਰ ਚੀਜ਼ ਤੇ ਟੈਕਸ ਭਰ ਰਿਹਾ, ਠੀਕ ਹੈ, ਤੇ ਜੇ ਜੌਬ ਕਰਦਾ ਤਾਂ ਵੀ ਟੈਕਸ ਭਰਦਾ, ਪਰ ਉਹਦੇ ਬਦਲੇ ਉਹਨੂੰ ਮਿਲਦਾ ਕੀ ਆ? ਬੋਝ। ਤੁਸੀਂ ਉਹਨੂੰ ਬੋਝ ਤੋਂ ਬਾਹਰ ਕੱਢੋ ਤਾਂ ਹੀ ਨੌਜਵਾਨ ਬਾਹਰਲੇ ਮੁਲਕਾਂ ਦਾ ਭੱਜਣ ਦਾ ਇੱਕ ਇਹ ਵੀ ਕਾਰਨ ਹੈ ਕਿ ਨੌਜਵਾਨ ਨੂੰ ਲੱਗਦਾ ਹੈ ਕਿ ਇੱਥੇ ਰਹਿ ਕੇ ਤਾਂ ਅਸੀਂ ਕਰਜ਼ਾ ਲਾ ਨਹੀਂ ਸਕਦੇ, ਬਾਹਰ ਜਾ ਕੇ ਅਸੀਂ ਮਾਪਿਓ ਤੇ ਜਿਹੜਾ ਕਰਜ਼ਾ ਚੜਿਆ ਹੋਇਆ ਪਹਿਲੇ ਅਸੀਂ ਉਹ ਕਰਜ਼ਾ ਉਤਾਰੀਏ। ਤੇ ਇਹ ਹੁਣ ਸਰਕਾਰਾਂ ਦੇ ਮੂੰਹ ਤੇ ਥੱਪੜ ਹੈ, ਚਪੇੜ ਹੈ ਕਿ ਕੱਲਾ ਬੱਚਾ ਸਾਡਾ ਮਹਿਫੂਜ਼ ਰਵੇ, ਡਰ ਦੇ ਮਾਹੌਲ 'ਚ ਨਾ ਰਵੇ। ਜਿਹੜਾ ਬੱਚਾ ਡਰ ਦੇ ਮਾਹੌਲ 'ਚ ਰਹਿੰਦਾ ਨਾ ਮੈਮ, ਉਹਦੇ ਸੁਪਨਿਆਂ ਦੀ ਮੌਤ ਹੋ ਰਹੀ ਹੈ, ਇਹ ਗੱਲ ਯਾਦ ਰੱਖਿਓ। ਤੇ ਜਿਹੜੇ ਨੌਜਵਾਨ ਦੇ ਸੁਪਨਿਆਂ ਦੀ ਮੌਤ ਹੋ ਜੇ ਨਾ ਤੇ ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੁੰਦਾ। ਸਤਿ ਸ਼੍ਰੀ ਅਕਾਲ, ਤੁਸੀਂ ਲੁਧਿਆਣਾ ਟਾਈਮਸ, ਮੈਂ ਸ਼ੁਭਪ੍ਰੀਤ ਕੌਰ। ਸਾਡੇ ਦੇਸ਼ ਵਿੱਚ ਜਾਂ ਸਾਡੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਜਿਹੜਾ ਸਾਡਾ ਯੂਥ ਹੈ ਕਿ ਜਿਹੜਾ ਬਾਹਰ ਵੱਲ ਨੂੰ ਤੁਰ ਰਿਹਾ ਹੈ, ਉਹਨਾਂ ਦੀ ਕੀ ਐਕਸਪੈਕਟੇਸ਼ਨਸ ਨੇ ਇਸ ਬਾਰੇ ਕੋਈ ਨਹੀਂ ਪੁੱਛਦਾ। ਸਾਡੇ ਪੰਜਾਬ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੌਕਾ ਦਿੱਤਾ ਗਿਆ, ਉਹਨਾਂ ਵੱਲੋਂ ਪਹਿਲਾਂ ਬਹੁਤ ਗਰੰਟੀਆਂ ਦਿੱਤੀਆਂ ਗਈਆਂ ਸੀ, ਪਰ ਉਹਨਾਂ ਦੀ ਜਿਹੜੀ 100 ਦਿਨ ਦੀ ਕਾਰਗੁਜ਼ਾਰੀ ਉਸ ਤੋਂ ਵੀ ਲੋਕੀ ਜਿਹੜੀ ਹੈ ਕਿਤੇ ਨਾ ਕਿਤੇ ਲੋਕੀ ਖੁਸ਼ ਨਜ਼ਰ ਨਹੀਂ ਆ ਰਹੇ। ਤੇ ਨਾਲ ਹੀ ਜਿਹੜਾ ਹੁਣ 5 ਦਿਨਾਂ ਦਾ ਬਜਟ ਸੈਸ਼ਨ ਚੱਲ ਰਿਹਾ, ਉਸ ਵਿੱਚ ਵੀ ਸਾਡੇ ਯੰਗਸਟਰਸ ਲਈ ਵੀ ਜਿਹੜਾ ਹੈ ਕੋਈ ਵੀ ਮੁੱਦਾ ਨਹੀਂ ਚੱਕਿਆ ਗਿਆ। ਤੇ ਸਾਡੇ ਯੰਗਸਟਰਸ ਜਿਹੜੇ ਨੇ ਉਹ ਕਿਤੇ ਨਾ ਕਿਤੇ ਕੁਝ ਸਰਕਾਰ ਤੋਂ ਐਕਸਪੈਕਟ ਕਰਦੇ ਨੇ, ਉਹ ਚਾਹੁੰਦੇ ਨੇ ਕਿ ਸਰਕਾਰ ਸਾਡੇ ਵਾਸਤੇ ਵੀ ਕੁਝ ਕਰੀਏ, ਕਿ ਅਸੀਂ ਜਿਹੜੀ ਹੈ ਬਾਹਰ ਜਾ ਕੇ ਜਿਹੜੀ ਓਪਰਚੁਨਿਟੀਜ਼ ਲੱਭਦੇ ਆ ਸਾਨੂੰ ਇੱਥੇ ਹੀ ਮਿਲ ਜਾਏ, ਕਿ ਅਸੀਂ ਆਪਣੇ ਪੰਜਾਬ ਆਪਣੀ ਧਰਤੀ ਨੂੰ ਕਿਉਂ ਛੱਡੀਏ। ਤੇ ਅੱਜ ਸਾਡੇ ਵਿੱਚ ਮੌਜੂਦ ਨੇ ਪ੍ਰੋਫੈਸਰ ਕੋਮਲ ਗੁਰਨੂਰ। ਇਹਨਾਂ ਨਾਲ ਥੋੜੀ ਗੱਲਬਾਤ ਕਰਾਂਗੇ ਜੋ ਕਿ ਇੱਕ ਯੂਥ ਫੇਸ ਨੇ ਪੰਜਾਬ ਦਾ। ਇੱਕ ਇਹਨਾਂ ਦੀ ਆਵਾਜ਼ ਨਹੀਂ ਇਹ ਹੈ ਕਿ ਜੇ ਆਵਾਜ਼ ਚੱਕਦੇ ਨੇ ਤੇ ਪੰਜਾਬ ਵਾਸਤੇ, ਪੰਜਾਬ ਦੇ ਹਿੱਤ ਵਾਸਤੇ ਜਿਹੜੀ ਆਵਾਜ਼ ਚੱਕਦੇ ਨੇ। ਇਹਨਾਂ ਨਾਲ ਥੋੜੀ ਅੱਜ ਗੱਲਬਾਤ ਕਰਾਂਗੇ। ਕਿ ਸਰ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਮੈਮ। ਤੇ ਸਰ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਬੀਇੰਗ ਅ ਯੂਥ ਆਈਕਨ, ਤੁਸੀਂ ਕੀ ਐਕਸਪੈਕਟ ਕਰਦੇ ਹੋ ਜਾਂ ਸਾਡਾ ਪੰਜਾਬ ਦਾ ਯੂਥ ਕੀ ਐਕਸਪੈਕਟ ਕਰਦਾ ਹੈ ਸਰਕਾਰ ਤੋਂ? ਮੈਮ ਯੂਥ ਦੀ ਨਾ ਬੜੀਆਂ ਬੇਸਿਕ ਡਿਮਾਂਡਸ ਨੇ। ਉਹ ਐਕਸਪੈਕਟ ਕਰਦਾ ਕਿ ਸਾਡੀ ਕਦਰ ਹੋਵੇ, ਸਾਡੀ ਮਿਹਨਤ ਦੀ ਕਦਰ ਹੋਵੇ ਤੇ ਮੈਰਿਟ ਦੀ ਕਦਰ ਹੋਵੇ, ਮੈਰਿਟ ਨੂੰ ਆਨਰ ਕੀਤਾ ਜਾਵੇ, ਜਿਹਦੇ ਕਰਕੇ ਯੂਥ ਤੁਸੀਂ ਦੇਖਿਆ ਸੰਘਰਸ਼ ਵੀ ਬਹੁਤ ਕਰਦਾ। ਤੇ ਜੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਾ ਫਤਵਾ ਮਿਲਿਆ 2022 ਚ ਤੇ ਉਹਦੇ ਚ ਜੇ ਆਪਾਂ ਕਹੀਏ ਸਭ ਤੋਂ ਵੱਡਾ ਯੋਗਦਾਨ ਰਿਹਾ ਨਾ ਤੇ ਉਹ ਨੌਜਵਾਨਾਂ ਦਾ ਰਿਹਾ। ਇਸੇ ਗੱਲ ਕਰਕੇ ਰਿਹਾ ਕਿਉਂਕਿ ਪਿਛਲੀਆਂ ਸਰਕਾਰਾਂ ਤੋਂ ਨੌਜਵਾਨ ਨਿਰਾਸ਼ ਸੀ, ਮਾਯੂਸੀ ਦਾ ਪੀੜਿਤ ਸੀ ਤੇ ਉਹਨੇ ਇੱਕ ਉਮੀਦ ਨਾਲ ਵੋਟਾਂ ਪਾਈਆਂ, ਇੱਕ ਉਮੀਦ ਨਾਲ ਇਸ ਪਾਰਟੀ ਦਾ ਸਾਥ ਦਿੱਤਾ ਕਿ ਸਾਡੀ ਬਾਹ ਫੜਨਗੇ, ਸਾਨੂੰ ਜਿਹੜੇ ਬੰਦੇ ਹੱਕ ਨੇ ਉਹ ਸਾਨੂੰ ਦੇਣਗੇ। ਪਰ ਹਲੇ 3 ਮਹੀਨੇ ਹੋਇਆ, ਪਰ 3 ਮਹੀਨੇ 'ਚ ਇਹ ਸਰਕਾਰ ਨੇ ਗਲਤੀਆਂ ਵੀ ਬਹੁਤ ਕੀਤੀਆਂ ਨੇ, ਜਿਹੜਾ ਕਿ ਇਹਨਾਂ ਨੇ ਐਡਵਰਟਾਈਜ਼ਮੈਂਟ ਤੇ ਖਰਚਾ ਕਰਨੇ ਸ਼ੁਰੂ ਕਰਤੇ। ਇਹ ਮੈਂ ਭਗਵੰਤ ਮਾਨ ਜੀ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ
ਪਿਛਲੀਆਂ ਸਰਕਾਰਾਂ ਨੇ ਵੀ ਬੜੀਆਂ ਐਡਵਰਟਾਈਜ਼ਮੈਂਟ ਤੇ ਖਰਚਾ ਕੀਤਾ ਸੀ। ਮੈਨੂੰ ਯਾਦ ਹੈ ਕੈਪਟਨ ਸਾਹਿਬ ਨੇ ਬੜੇ ਵੱਡੀਆਂ ਹੋਰਡਿੰਗਸ ਲਗਾਉਤੀਆਂ ਸੀ, ਅਸੀਂ ਆਹ ਕੰਮ ਕੀਤਾ, ਆਹ ਕੰਮ ਕੀਤਾ, ਪਰ ਲੋਕਾਂ ਨੇ ਨਤੀਜੇ 'ਚ ਦੱਸਤਾ ਕਿ ਕਿਹੜਾ ਕੰਮ ਕੀਤਾ। ਜਦੋਂ ਚੰਨੀ ਸਾਹਿਬ ਆਏ ਉਹਨਾਂ ਨੇ ਵੀ ਪ੍ਰਚਾਰ ਤੇ ਬੜਾ ਜ਼ੋਰ ਲਾਇਆ, ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਉਹਨਾਂ ਨੇ ਵੀ ਜਗ੍ਹਾ ਤੇ ਪੋਸਟਰ ਲਗਾਏ ਤੇ ਆਪਣੀਆਂ ਦੋਨੋਂ ਸੀਟਾਂ ਹਾਰ ਗਏ। ਹੁਣ ਉਸੇ ਰਾਤ ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੀ ਤੁਰੀ ਹੋਈ ਹੈ। ਪਿਛਲੇ 3 ਮਹੀਨਿਆਂ 'ਚ ਲਗਭਗ ਜੋ ਮੈਂ ਪੜ੍ਹਿਆ ਹੈ, ਲਗਭਗ 23 ਕਰੋੜ ਦੀ ਇਹਨਾਂ ਨੇ ਐਡਵਰਟਾਈਜ਼ਮੈਂਟ ਕਰਤੀ। ਹੁਣ ਦੇਖੋ ਉਹਨਾਂ ਪੈਸਿਆਂ ਨਾਲ ਅਸੀਂ ਸਰਕਾਰੀ ਸਕੂਲ ਠੀਕ ਕਰ ਸਕਦੇ ਸੀ, ਸਰਕਾਰੀ ਹਸਪੀਟਲ ਠੀਕ ਕਰ ਸਕਦੇ ਸੀ, ਮਤਲਬ ਕਾਫੀ ਕੁਝ ਕਰ ਸਕਦੇ ਸੀ। ਲੋਕਾਂ ਦੀ ਬਿਹਤਰੀਨ ਲਈ ਅਸੀਂ ਉਹ ਖਰਚਾ ਕਰ ਸਕਦੇ ਸੀ, ਪਰ ਇਹਨਾਂ ਨੇ ਸਿਰਫ ਪ੍ਰਚਾਰ ਲਈ। ਮੈਂ ਭਗਵੰਤ ਮਾਨ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ, ਜੇ ਤੁਸੀਂ ਚੰਗੇ ਕੰਮ ਕਰੋਗੇ ਨਾ, ਅਸੀਂ ਲੋਕ ਤਿਆਰ ਬੈਠੇ ਪ੍ਰਚਾਰ ਕਰਨ ਨੂੰ, ਤੁਸੀਂ ਸਿਰਫ ਕੰਮ ਕਰੋ, ਚੰਗਾ ਸਿਸਟਮ ਦਿਓ, ਨੌਜਵਾਨਾਂ ਨੂੰ ਰੋਜ਼ਗਾਰ ਦਿਓ, ਅਸੀਂ ਤੁਹਾਡਾ ਪ੍ਰਚਾਰ ਕਰਾਂਗੇ। ਇਹਨਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੰਦੇ ਜਿਹੜੀ ਬੇਰੋਜ਼ਗਾਰੀ ਖਤਮ ਹੋ ਜਾਏਗੀ, ਪਰ ਕਿਤੇ ਨਾ ਕਿਤੇ ਤਾਂ ਬੇਰੋਜ਼ਗਾਰੀ ਵੱਧਦੀ ਨਜ਼ਰ ਆ ਰਹੀ ਹੈ। ਬਿਲਕੁਲ ਮੈਮ, ਤੁਸੀਂ ਅੱਜ ਵੀ ਦੇਖ ਲਓ ਕਿ ਆਇਲ ਸੈਂਟਰ ਭਰੇ ਪਏ ਆ ਤੇ ਕਾਲਜ ਖਾਲੀ ਨੇ, ਤੇ ਇਹ ਕਲੀਅਰ ਸੰਕੇਤ ਹੈ ਕਿ ਨੌਜਵਾਨਾਂ ਨੂੰ ਜੇ ਨੌਕਰੀ ਨਹੀਂ ਮਿਲ ਰਹੀ ਤਾਂ ਹੀ ਤਾਂ ਬਾਹਰਲੇ ਦੇਸ਼ਾਂ ਨੂੰ ਭੱਜ ਰਿਹਾ। ਜੇ ਉਹਨਾਂ ਨੂੰ ਲੱਗ ਰਿਹਾ ਕਿ ਆਪਾਂ ਇੱਥੇ ਰਹਿ ਕੇ ਆਪਣਾ ਘਰ-ਬਾਰ ਨਹੀਂ ਚਲਾ ਸਕਦੇ ਤਾਂ ਹੀ ਉਹ ਬਾਹਰਲੇ ਮੁਲਕਾਂ ਨੂੰ ਭੱਜ ਰਿਹਾ। ਤੇ ਇਹ ਜਿਹੜੀ ਸਾਡੇ ਇੱਥੇ ਸਿਸਟਮ 'ਚ ਨਾ ਮੈਮ ਪਰ ਕੈਪੀਟਾ ਇਨਕਮ ਵੀ ਕਾਫੀ ਘਟ ਗਿਆ। ਹੁਣ ਨੌਜਵਾਨ ਨੂੰ ਇਹ ਲੱਗਦਾ ਹੈ ਕਿ ਜੇ ਮੈਂ ਮਾਸਟਰਸ ਕਰਕੇ 10,000 ਦੀ ਨੌਕਰੀ ਤੇ ਹੀ ਲੱਗਣਾ ਤੇ ਮੈਂ ਘਰ ਦਾ ਗੁਜ਼ਾਰਾ ਕਿਵੇਂ ਚਲਾਊਂਗਾ? ਠੀਕ ਹੈ ਨਾ, ਇਹ ਬੜੇ ਵੱਡੇ ਮੁੱਦੇ ਨੇ। ਤੁਸੀਂ ਸਰਕਾਰਾਂ ਨੂੰ ਇੱਕ ਕਲੀਅਰ ਕੱਟ ਰੋਡ ਮੈਪ ਦੇਣਾ ਚਾਹੀਦਾ, ਏਜੰਡਾ ਦੇਣਾ ਚਾਹੀਦਾ ਕਿ ਤੁਸੀਂ ਪਰ ਕੈਪੀਟਾ ਇਨਕਮ ਕਿਵੇਂ ਵਧਾਓਗੇ। ਤੁਸੀਂ ਨੌਜਵਾਨਾਂ ਨੂੰ ਉਹੀ ਕਹਿਣਾ, ਬੰਦੇ ਹੱਕ ਦਿਓ, ਐਸ ਪਰ ਮੈਰਿਟ ਕਦਰ ਕਰੋ ਉਹਨਾਂ ਦੀ, ਤਾਂ ਹੀ ਨੌਜਵਾਨ ਇੱਥੇ ਖੁਸ਼ੀ ਰਹੂਗਾ। ਕਿਉਂਕਿ ਕਈ ਨੌਜਵਾਨ ਤਾਂ ਅਜਿਹੇ ਨੇ ਜਿਨ੍ਹਾਂ ਨੂੰ ਆਪਣੇ ਐਮਏ ਤੇ ਉਸ ਤੋਂ ਬਾਅਦ ਜਿਹੜੀ ਐਮਫਿਲ ਵਗੈਰਾ ਕਰਕੇ ਵੀ ਵਿਚਾਰੇ ਇੱਥੇ ਤੇ ਧੱਕੇ ਖਾ ਰਹੇ ਨੇ। ਕੋਈ ਆਪਣਾ ਬਿਜ਼ਨਸ ਸਟਾਰਟ ਕਰ ਲੈਂਦਾ, ਉਹਦੇ ਤੋਂ ਵੀ ਉਹਨਾਂ ਮਤਲਬ ਖੁਸ਼ੀ ਨਹੀਂ ਮਿਲਦੀ ਉਹਨਾਂ ਨੂੰ ਕਿ ਇੰਨਾ ਪੜ੍ਹ ਲਿਖ ਕੇ ਵੀ ਅਸੀਂ ਜਿਹੜੇ ਅਨਇੰਪਲੋਇਡ ਹੀ ਹਾਂ। ਬਿਲਕੁਲ, ਮੈਂ ਕੱਲ ਦੀ ਗੱਲ ਹੀ ਦੱਸਦਾ। ਮੈਨੂੰ ਇੱਕ ਨੌਜਵਾਨ ਆਇਆ, ਜ਼ੋਮੈਟੋ ਡਿਲੀਵਰੀ ਦਾ ਕੰਮ ਕਰਦਾ ਸੀ। ਮੈਂ ਉਹਨੂੰ ਪੁੱਛਿਆ ਤੂੰ ਕੀਤਾ ਕੀ ਹੋਇਆ? ਕਹਿੰਦਾ ਭਾਜੀ ਮੈਂ ਨਾ ਮਾਸਟਰਸ ਕੀਤੀ ਹੋਈ ਆ, ਤੇ ਕਹਿੰਦਾ ਮੈਂ 2 ਸਾਲ ਧੱਕੇ ਖਾਂਦਾ ਰਿਹਾ, ਮੈਨੂੰ ਨੌਕਰੀ ਨਹੀਂ ਮਿਲੀ, ਤੇ ਮੇਰੀ ਮਜਬੂਰੀ ਬਣ ਗਈ ਕਿ ਹੁਣ ਮੈਂ ਜ਼ੋਮੈਟੋ ਤੇ ਐਜ਼ ਅ ਡਿਲੀਵਰੀ ਬॉय ਕੰਮ ਕਰ ਰਿਹਾ। ਮਾਸਟਰਸ ਕਰਕੇ ਵੀ ਬੰਦੇ ਨੂੰ ਜਿਹੜੀ ਇੱਕ ਜ਼ੋਮੈਟੋ ਡਿਲੀਵਰੀ ਕਰਨੀ ਪੈ ਰਹੀ। ਤੁਸੀਂ ਇਹ ਦੇਖੋ ਕਿ ਹੁਣ ਉਹ ਨੌਜਵਾਨ ਦਾ ਤੁਸੀਂ ਸੁਪਨਿਆਂ ਦਾ ਕਤਲ ਕੀਤਾ ਕਿਤੇ ਨਾ ਕਿਤੇ ਸਾਡੀ ਸਰਕਾਰਾਂ ਨੇ। ਉਹਨੇ ਜਿਹੜੀ ਉਮੀਦ ਨਾਲ ਮਾਸਟਰਸ ਕੀਤੀ ਹੋਗੀ ਆਪਣੀ ਲਾਈਨ 'ਚ, ਤੇ ਉਹਨੂੰ ਇਹ ਉਮੀਦ ਹੋਊਗੀ ਕਿ ਮੈਂ ਆਪਣੇ ਘਰ-ਬਾਰ ਦਾ ਮਤਲਬ ਆਪਣਾ ਲੈਵਲ ਉੱਪਰ ਚੱਕਾਂਗਾ, ਠੀਕ ਹੈ, ਤੇ ਆਪਣੀ ਲਾਈਨ 'ਚ ਹੀ ਰਹਿ ਕੇ ਮੈਂ ਤਰੱਕੀਆਂ ਕਰਾਂਗਾ। ਪਰ ਤੁਸੀਂ ਉਹਦੇ ਤਾਂ ਸੁਪਨਿਆਂ ਦਾ ਕਤਲ ਕਰਤਾ। ਤੇ ਇਦਾਂ ਕਿੰਨੇ ਹੀ ਹਜ਼ਾਰਾਂ ਲੱਖਾਂ 'ਚ ਨੌਜਵਾਨ ਨੇ ਜਿਹੜੇ ਆਪਣੀ ਲਾਈਨ ਬਦਲ ਰਹੇ ਆ, ਤੇ ਲਾਈਨ ਬਦਲਣ ਦਾ ਕਾਰਨ ਸਿਰਫ ਮਜਬੂਰੀ ਹੈ ਮੈਮ, ਸਿਰਫ ਮਜਬੂਰੀ ਆ। ਉਹਨਾਂ ਦੇ ਆਰਥਿਕ ਹਾਲਾਤ ਜਿਹੜੇ ਮਾੜੇ ਹੋਏ ਆ ਉਹ ਕਾਰਨ ਹੈ, ਤੇ ਸਾਨੂੰ ਉਹਦੇ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਤੇ ਮੈਂ ਮਾਨ ਸਾਹਿਬ ਨੂੰ ਇਹ ਬੇਨਤੀ ਕਰਦਾ, ਕਿਉਂਕਿ ਮਾਨ ਸਾਹਿਬ ਤੋਂ ਸਾਨੂੰ ਇੱਕ ਉਮੀਦ ਨਜ਼ਰ ਆਉਂਦੀ ਆ, ਉਹਨਾਂ ਦੀ ਇਮਾਨਦਾਰੀ, ਉਹਨਾਂ ਦੀ ਚੰਗੀ ਨੀਅਤ ਸਾਨੂੰ ਨਜ਼ਰ ਆਉਂਦੀ ਆ। ਤੇ ਅਸੀਂ ਬੇਨਤੀ ਹੀ ਕਰ ਸਕਦੇ ਹਾਂ ਕਿ ਕਿਰਪਾ ਕਰਕੇ ਨੌਜਵਾਨਾਂ ਵੱਲ ਜ਼ਿਆਦਾ ਤੋਂ ਜ਼ਿਆਦਾ ਧਿਆਨ ਦਿਓ। ਜੇ ਸੂਬੇ ਨੇ ਤਰੱਕੀ ਕਰਨਾ, ਦੇਸ਼ ਨੇ ਤਰੱਕੀ ਕਰਨਾ, ਤੇ ਸਿਰਫ ਨੌਜਵਾਨਾਂ ਦੇ ਸਿਰ ਤੇ ਤਰੱਕੀ ਕਰ ਸਕਦੇ ਆ। ਨੌਜਵਾਨਾਂ ਨੂੰ ਅਸੀਂ ਰੀੜ੍ਹ ਦੀ ਹੱਡੀ ਕਹਿੰਦੇ ਆ, ਤੇ ਜੇ ਸਾਡੇ ਅੱਖਾਂ ਦੇ ਸਾਹਮਣੇ ਰੀੜ੍ਹ ਦੀ ਹੱਡੀ ਟੁੱਟਦੀ ਨਜ਼ਰ ਆਊਗੀ ਤੇ ਸਾਡਾ ਦੇਸ਼ ਜਾਂ ਸਾਡਾ ਸੂਬਾ ਤਰੱਕੀ ਨਹੀਂ ਕਰ ਸਕਦਾ। ਪਰ ਇਹ ਜਿਹੜੇ ਭਗਵੰਤ ਮਾਨ ਨੇ, ਇਹਨਾਂ ਨੇ ਕਿਸੇ ਸਪੀਚ ਵਿੱਚ ਵੀ ਇਹ ਲਾਈਨ ਕਹੀ ਸੀ ਕਿ ਅਸੀਂ ਆਪਣੇ ਪੰਜਾਬ ਨੂੰ ਅਜਿਹਾ ਬਣਾਵਾਂਗੇ ਕਿ ਬਾਹਰਲੇ ਬੱਚੇ ਜਾਂ ਬਾਹਰ ਦੇ ਮੁਲਕ ਦੇ ਜਿਹੜੇ ਲੋਕ ਨੇ ਉਹ ਇੱਥੇ ਆਣਗੇ ਨੌਕਰੀਆਂ ਲੈਣ, ਸਾਡੇ ਬੱਚੇ ਜਿਹੜੇ ਉੱਥੇ ਨਹੀਂ ਜਾਣਗੇ। ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਚੀਜ਼ ਹੋ ਸਕਦੀ ਹੈ ਜਾਂ ਹੋਏਗੀ? ਮੈਂ ਨਾ ਤਾਂ ਬਿਆਨਾਂ ਨਾਲ, ਨਾ ਤਾਂ ਐਲਾਨਾਂ ਨਾਲ, ਨਾ ਐਡਵਰਟਾਈਜ਼ਮੈਂਟ ਨਾਲ ਨੌਜਵਾਨਾਂ ਨੂੰ ਹੱਕ ਮਿਲਨੇ। ਨੌਜਵਾਨਾਂ ਨੂੰ ਹੱਕ ਮਿਲਣਗੇ ਤੁਹਾਡੇ ਐਕਸ਼ਨਸ ਨਾਲ, ਤੁਹਾਡੀਆਂ ਨੀਤੀਆਂ ਨਾਲ, ਤੁਹਾਡੀਆਂ ਪਾਲਿਸੀਜ਼ ਨਾਲ, ਤੁਹਾਡੇ ਰੋਡ ਮੈਪ ਨਾਲ, ਤੁਹਾਡੇ ਏਜੰਡੇ ਨਾਲ। ਤੁਹਾਨੂੰ ਇੱਕ ਕਲੀਅਰ ਕੱਟ ਨੀਤੀ ਦੇਣੀ ਪੈਣੀ ਹੈ, ਤਾਂ ਜਾ ਕੇ ਨੌਜਵਾਨਾਂ ਨੂੰ ਇੱਕ ਉਮੀਦ ਨਜ਼ਰ ਆਊਗੀ, ਹਾਂ ਸਾਡੀ ਮੈਰਿਟ ਦੀ ਕਦਰ ਹੋ ਰਹੀ ਹੈ। ਹੁਣ ਮੈਂ ਇਹ ਕਹਿਣਾ ਕਿ ਸਾਨੂੰ ਕਿਤੇ ਨਾ ਕਿਤੇ ਨਾ ਸਮਾਲ ਸਕੇਲ ਇੰਡਸਟਰੀ ਨੂੰ ਪ੍ਰਮੋਟ ਕਰਨ ਦੀ ਲੋੜ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਸੁਜੈਸ਼ਨ ਦੇ ਰਿਹਾ ਕਿ ਜਿਵੇਂ ਚਾਈਨਾ ਨੇ ਕੀ ਕੀਤਾ ਹੋਇਆ, ਸਮਾਲ ਸਕੇਲ ਇੰਡਸਟਰੀ ਨੂੰ ਬਹੁਤ ਪ੍ਰਮੋਟ ਕੀਤਾ ਹੋਇਆ। ਸਾਨੂੰ ਐਗਰੋ ਬੇਸਡ ਇੰਡਸਟਰੀ ਚਾਹੀਦੀ ਹੈ, ਕਿਉਂਕਿ ਸਾਡਾ ਜਿਹੜਾ ਪੰਜਾਬ ਹੈ ਖੇਤੀ ਪ੍ਰਧਾਨ ਸੂਬਾ ਹੈ। ਜੇ ਤਾਂ ਆਪਾਂ ਸਿਰਫ ਖੇਤੀ ਤੇ ਨਿਰਭਰ ਰਵਾਂਗੇ, ਸਾਡਾ ਨੌਜਵਾਨ ਕਦੇ ਤਰੱਕੀ ਨਹੀਂ ਕਰ ਸਕਦਾ। ਸਾਨੂੰ ਐਗਰੋ ਬੇਸਡ ਇੰਡਸਟਰੀ ਚਾਹੀਦੀ ਹੈ, ਸਮਾਲ ਸਕੇਲ ਇੰਡਸਟਰੀ ਚਾਹੀਦੀ ਹੈ। ਜਿਵੇਂ ਲਗਭਗ 13,000 ਪਿੰਡ ਨੇ, ਤੇ ਸਾਨੂੰ 13,000 ਸਮਾਲ ਸਕੇਲ ਇੰਡਸਟਰੀ ਚਾਹੀਦੀ ਹੈ, ਜਿਹਦੇ 'ਚ ਨੌਜਵਾਨ ਜਿਹੜਾ ਖੇਤੀ ਕਰ ਰਿਹਾ ਉਹ ਨਾਲ ਪਾਰਟ ਟਾਈਮ ਜੌਬ ਵੀ ਕਰੇ, ਤਾਂ ਜਾ ਕੇ ਸਾਡੀ ਇਕਨੋਮੀ ਦਾ ਸੁਧਾਰ ਹੋਊਗਾ, ਇਕਨੋਮੀ ਠੀਕ ਹੋਊਗੀ, ਤਾਂ ਜਾ ਕੇ ਪਰ ਕੈਪੀਟਾ ਇਨਕਮ ਦਾ ਵਾਧਾ ਹੋਊਗਾ। ਇਸ ਚੀਜ਼ ਇੱਦਾਂ ਦੀਆਂ ਨੀਤੀਆਂ ਤੇ ਕੰਮ ਕਰਨ ਦੀ ਲੋੜ ਹੈ। ਮੈਂ ਤਾਂ ਹੀ ਕਿਹਾ, ਸਿਰਫ ਬਿਆਨਾਂ ਨਾਲ, ਐਲਾਨ ਨਾਲ,
ਐਡਵਰਟਾਈਜ਼ਮੈਂਟ ਨਾਲ ਸਾਡੇ ਨੌਜਵਾਨਾਂ ਨੂੰ ਹੱਕ ਨਹੀਂ ਮਿਲਨੇ। ਬਟ ਜੇ ਤੁਸੀਂ ਐਡਵਰਟਾਈਜ਼ਮੈਂਟ ਜਾਂ ਪ੍ਰਚਾਰ ਦੀ ਗੱਲ ਕੀਤੀ, ਪਰ ਉਸ ਤੋਂ ਬਾਅਦ ਜਿਹੜਾ ਹੈ ਸੰਗਰੂਰ ਇਲੈਕਸ਼ਨ ਜਿਹੜੇ ਹੋਏ ਨੇ, ਉਸਨੇ ਤਾਂ ਇੱਕ ਨਾ ਰਿਪੋਰਟ ਕਾਰਡ ਜਿਹੜੇ ਇਹਨਾਂ ਦੇ 3 ਮਹੀਨੇ ਦੀ ਕਾਰਗੁਜ਼ਾਰੀ ਹੈ, 3.5 ਮਹੀਨੇ ਦੀ ਕਾਰਗੁਜ਼ਾਰੀ ਦਾ ਦੱਸਤਾ ਕਿ ਜਿਹੜੀ ਰੂਲਿੰਗ ਪਾਰਟੀ ਹੈ ਉਹ ਆਪਣੀ ਸੀਟ ਹੀ ਉਧਰੋਂ ਹਾਰ ਗਈ। ਕਿ ਪਹਿਲਾਂ ਵੀ ਜੇ ਗੱਲ ਕਰੀਏ ਭਗਵੰਤ ਮਾਨ ਦੀ, ਉਹ 2 ਵਾਰ ਉੱਥੋਂ ਜਿੱਤੇ ਨੇ, ਪਰ ਹੁਣ ਜਿਹੜੀ ਇਹ ਸੱਤਾ ਵਿੱਚ ਸਰਕਾਰ ਆਉਣ ਤੋਂ ਬਾਅਦ ਜਿਹੜਾ ਉੱਥੋਂ ਹਾਰ ਗਏ ਨੇ। ਤੇ ਤੁਹਾਨੂੰ ਕੀ ਲੱਗਦਾ ਕਿ ਲੋਕ ਇਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ? ਮੈਮ ਲੋਕਾਂ ਨੇ ਜਵਾਬ ਹੀ ਦੇ ਦਿੱਤਾ ਇਲੈਕਸ਼ਨਾਂ 'ਚ। ਇਸ ਤੋਂ ਵੱਡਾ ਜਵਾਬ ਕੀ ਹੋ ਸਕਦਾ ਹੈ ਜਦੋਂ ਲੋਕਾਂ ਨੇ ਤੁਹਾਨੂੰ ਨਕਾਰਤਾ। ਕਿਤੇ ਨਾ ਕਿਤੇ ਲੋਕ ਨਾ ਖੁਸ਼ ਸੀ, ਕਿਉਂਕਿ ਲਾਅ ਐਂਡ ਆਰਡਰ ਦਾ ਵੀ ਇੱਕ ਬੜਾ ਵੱਡਾ ਮਸਲਾ ਚੱਲ ਰਿਹਾ। ਲਾਅ ਐਂਡ ਆਰਡਰ ਦੀ ਪ੍ਰੋਬਲਮ ਬਹੁਤ ਵੱਡੀ ਚੱਲ ਰਹੀ ਹੈ। ਸਾਡਾ ਜਿਹੜਾ ਪੰਜਾਬ ਦਾ ਹੀਰਾ ਸਿੱਧੂ ਮੂਸੇਵਾਲਾ, ਜਿਹਨੂੰ ਕਿੰਨੇ ਮਤਲਬ ਕਰੋੜਾਂ 'ਚ ਉਹਦੇ ਫਾਲੋਅਰ ਸੀਗੇ, ਤੇ ਮੈਂ ਦੇਖਿਆ ਪਹਿਲਾ ਸਰਦਾਰ ਮੁੰਡਾ ਸੀ ਜਿਹਦੇ ਜਾਣ ਤੋਂ ਬਾਅਦ ਗੋਰੇ ਵੀ ਰੋਏ ਤੇ ਕਾਲੇ ਵੀ ਰੋਏ। ਇਹ ਉਹਦੀ ਫੋਲੋਇੰਗ ਸੀ, ਉਹਦੀ ਮਿਹਨਤ ਸੀ ਕਿ ਛੋਟੇ ਜਿਹੇ ਪਿੰਡ ਤੋਂ ਉੱਠਿਆ ਨੌਜਵਾਨ ਜਿਹਨੇ ਵਰਲਡ ਵਾਈਡ ਆਪਣਾ ਨਾਮ ਕਮਾਇਆ। ਸੋ ਆਪਾਂ ਉਹਨੂੰ ਨਹੀਂ ਮਹਿਫੂਜ਼ ਰੱਖ ਸਕੇ, ਤੇ ਇਹ ਸਵਾਲਾਂ ਦੇ ਘੇਰੇ 'ਚ ਤਾਂ ਪਾਰਟੀ ਖੜੀ ਹੋਈ ਹੈ। ਤੇ ਪਰ ਅਸੀਂ ਹੁਣ ਇਹ ਚਾਹੁੰਦੇ ਹਾਂ, ਭਗਵੰਤ ਮਾਨ ਜੀ ਤੁਹਾਡੇ ਤੋਂ ਨੋ ਡਾਊਟ ਕਈ ਗਲਤੀਆਂ ਹੋਈਆਂ, ਪਰ ਕਿਰਪਾ ਕਰਕੇ ਐਗਜ਼ੈਂਪਲਰੀ ਰਿਜ਼ਲਟ ਦਿਓ, ਐਗਜ਼ੈਂਪਲਰੀ ਕੰਮ ਕਰੋ। ਜੇ ਚੰਗੇ ਕੰਮ ਕਰੋਗੇ ਅਸੀਂ ਲੋਕ ਤੁਹਾਡੀ ਤਾਰੀਫ ਕਰਾਂਗੇ, ਜਿੱਥੇ ਤੁਸੀਂ ਕੁਤਾਈ ਵਰਤੋਗੇ ਅਸੀਂ ਤੁਹਾਡਾ ਵਿਰੋਧ ਵੀ ਕਰਾਂਗੇ। ਹੁਣ ਮੈਮ ਅਸੀਂ ਦੁਬਈ ਦੀ ਬਹੁਤ ਤਾਰੀਫ ਕਰਦੇ ਹਾਂ, ਠੀਕ ਹੈ ਨਾ, ਕਿ ਪਿਛਲੇ 30 ਸਾਲਾਂ 'ਚ ਦੁਬਈ ਨੇ ਬੜੀ ਤਰੱਕੀ ਕਰ ਲਈ। ਦੁਬਈ ਨੇ ਇੱਥੇ ਆ ਕੇ ਐਡਵਰਟਾਈਜ਼ ਕੀਤਾ ਆਪਣੇ ਆਪ ਨੂੰ, ਉੱਥੋਂ ਦੇ ਲੀਡਰ ਆ ਕੇ ਇੱਥੇ ਕੋਈ ਪ੍ਰਚਾਰ ਕਰ ਰਹੇ ਨੇ, ਹੋਰਡਿੰਗਸ ਲਾ ਰਹੇ ਨੇ ਕਿ ਅਸੀਂ ਆਹ ਕੰਮ ਕੀਤਾ। ਨਹੀਂ, ਉਹਨਾਂ ਨੇ ਜੇ ਤਰੱਕੀ ਕੀਤੀ ਆ ਸਾਡੇ ਲੋਕਾਂ ਕੋਲ ਪਹੁੰਚ ਗਈ। ਉਹ ਲੋਕ ਜਿਹੜੇ ਉੱਥੇ ਵਿਜ਼ਿਟ ਕਰਦੇ ਨੇ ਉਹ ਆਪ ਹੀ ਦੱਸ ਦਿੰਦੇ ਨੇ ਕਿ ਯਾਰ ਪਿਛਲੇ 30 ਸਾਲਾਂ 'ਚ ਦੁਬਈ ਇੱਥੋਂ ਦਾ ਇੱਥੇ ਪਹੁੰਚ ਗਿਆ, ਬੁਰਜ ਖਲੀਫਾ ਬਣਾਤਾ, ਠੀਕ ਹੈ ਨਾ। ਜਿੱਥੇ ਕਹਿੰਦੇ ਸੀ ਕਿ ਪਾਣੀ ਦੀ ਕਮੀ ਆ, ਜਿੱਥੇ ਬਿਲਡਿੰਗ 1-2 ਮੰਜ਼ਿਲਾਂ ਨੂੰ ਖੜਾ ਕਰਨਾ ਹੀ ਬੜਾ ਔਖਾ ਹੈ, ਉਹਨਾਂ ਨੇ ਵਰਲਡ ਲਾਰਜੈਸਟ ਬਿਲਡਿੰਗ ਖੜੀ ਕਰਤੀ। ਵਿਜ਼ਨ ਸੀ, ਠੀਕ ਹੈ, ਸਾਨੂੰ ਉੱਦਾਂ ਦੀ ਵਿਜ਼ਨ ਦੀ ਸਾਡੇ ਪੰਜਾਬ 'ਚ ਲੋੜ ਹੈ। ਪਰ ਇੱਥੇ ਤਾਂ ਜਿਹੜਾ ਇਹ ਦਿੱਲੀ ਮਾਡਲ ਨੂੰ ਫੋਲੋ ਕੀਤਾ ਜਾ ਰਿਹਾ ਹੈ ਕਿ ਹੁਣ ਜਿਹੜਾ ਬਜਟ ਪੇਸ਼ ਕੀਤਾ ਉਹਦੇ ਵਿੱਚ ਜੇ ਭਾਵੇਂ ਸਾਡੇ ਪੰਜਾਬ ਦੇ ਸਕੂਲ ਜਿਹੜੇ ਨੇ ਨੰਬਰ 1 ਮੰਨੇ ਗਏ ਨੇ, ਪਰ ਇਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਦਿੱਲੀ ਮਾਡਲ ਵਰਗੇ ਸਕੂਲ ਜਿਹੜੇ ਨੇ ਉਹ ਪੰਜਾਬ ਵਿੱਚ ਲੈ ਕੇ ਆਵਾਂਗੇ, ਮੁਹੱਲਾ ਕਲੀਨਿਕ ਜਿਹੜੇ ਦਿੱਲੀ ਵਾਲੇ ਨੇ ਉਹ ਪੰਜਾਬ 'ਚ ਲੈ ਕੇ ਆਵਾਂਗੇ। ਮੈਮ ਹੁਣ ਤਾਂ ਗਲੋਬਲਾਈਜੇਸ਼ਨ ਹੈ, ਠੀਕ ਹੈ ਨਾ, ਹੁਣ ਤਾਂ ਸਾਰੀ ਮਤਲਬ ਦੁਨੀਆ ਹੀ ਬਹੁਤ ਛੋਟੀ ਹੋ ਗਈ ਹੈ। ਤੁਸੀਂ ਸਿਰਫ ਦਿੱਲੀ ਕਿਉਂ ਕਰਦੇ ਹੋ? ਵਰਲਡ ਲੈਵਲ ਤੇ ਬੜੇ ਮਾਡਲਸ ਨੇ, ਤੁਸੀਂ ਉਹਨਾਂ ਨੂੰ ਫੋਲੋ ਕਰ ਲਓ। ਇਹ ਦਿੱਲੀ ਕਹਿਣ ਦਾ ਭਾਵ ਸਿਰਫ ਇਹ ਹੁੰਦਾ ਕਿ ਇਹਨਾਂ ਨੇ ਆਪਣੇ ਸੁਪਰੀਮੋ ਨੂੰ ਪ੍ਰਮੋਟ ਕਰਨਾ, ਔਰ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਹੈ। ਹੁਣ ਦਿੱਲੀ ਤੋਂ ਵੀ ਉੱਪਰ ਬੜੇ ਸਕੂਲ ਨੇ। ਜੇ ਤੁਸੀਂ ਆਪਾਂ ਬਾਹਰਲੇ ਦੇਸ਼ਾਂ ਦੀ ਉਦਾਹਰਨ ਦਈਏ ਤੇ ਉਹਨਾਂ ਨੇ ਤਾਂ ਐਗਜ਼ਾਮਪਲ ਸੈੱਟ ਕੀਤੀ ਹੈ, ਫਿਰ ਆਪਾਂ ਉੱਥੋਂ ਕਿਉਂ ਨਹੀਂ ਸਿੱਖਦੇ? ਮੈਮ ਆਪਾਂ ਚੰਗੇ ਰਾਹ ਵੱਲ ਤੁਰੀਏ, ਚੰਗੇ ਕੰਮ ਕਰੀਏ, ਸਿਆਸਤ ਘੱਟ ਕਰੀਏ, ਲੋਕਾਂ ਦੇ ਹਿੱਤ ਲਈ ਕੰਮ ਜ਼ਿਆਦਾ ਕਰੀਏ, ਤਾਂ ਪੰਜਾਬ ਦੇ ਲੋਕਾਂ ਨੇ ਤੁਹਾਡਾ ਡਟ ਕੇ ਸਾਥ ਦੇਣਾ। ਕਿਉਂਕਿ ਪੰਜਾਬ ਦੇ ਲੋਕਾਂ ਨੇ ਇੱਕ ਝਾੜੂ ਫਿਰ ਗਿਆ ਸੀ ਪੰਜਾਬ ਵਿੱਚ, ਜਿਹੜਾ ਇੱਕ ਆਮ ਆਦਮੀ ਪਾਰਟੀ ਨੂੰ ਇੱਕ ਆਮ ਲੋਕਾਂ ਦੀ ਸਰਕਾਰ ਮੰਨ ਕੇ ਜਾਂ ਇੱਕ ਉਮੀਦ ਨਾਲ ਜਿਹੜਾ ਵੋਟ ਦਿੱਤਾ ਸੀ, ਪਰ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਆਪਣੀ ਉਮੀਦ ਹੁਣ ਜਿਹੜੀ ਹੈ ਘਟਦੀ ਨਜ਼ਰ ਆ ਰਹੀ ਹੈ ਲੋਕਾਂ ਦੇ ਵਿੱਚ। ਦੇਖੋ ਮੈਮ ਠੀਕ ਹੈ, ਉਮੀਦ ਘਟੀ ਆ। ਆਪਾਂ ਲੋਕ ਸਭਾ ਇਲੈਕਸ਼ਨ ਸੰਗਰੂਰ ਵਾਲੀ ਤੋਂ ਨਤੀਜਾ ਵੀ ਦੇਖ ਲਿਆ ਕਿ ਉਹ ਇੱਕ ਤਾਂ ਪਹਿਲੀ ਗੱਲ ਵੋਟ ਪਰਸੈਂਟੇਜ ਘੱਟ ਪਈ ਹੈ। ਵੋਟ ਪਰਸੈਂਟੇਜ ਘੱਟ ਪੈਣ ਦਾ ਵੀ ਮਤਲਬ ਇਹੀ ਹੁੰਦਾ ਕਿ ਕਿਤੇ ਨਾ ਕਿਤੇ ਨਾ ਖੁਸ਼ ਸੀ ਮੌਜੂਦਾ ਸਰਕਾਰ ਤੋਂ, ਤੇ ਪਲੱਸ ਹਾਰ ਵੀ ਦੇਖਣੀ ਪਈ। ਹੁਣ ਇੱਥੇ ਸਾਡੇ ਜਿਹੜੇ MLAs ਨੇ ਨਾ, ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਕਿਰਪਾ ਕਰਕੇ MLA ਵਾਲਾ ਕੰਮ ਕਰੋ, ਕਿਉਂਕਿ ਜ਼ਿਆਦਾਤਰ ਮੈਂ ਇਹਨਾਂ ਦੀਆਂ ਮਤਲਬ ਦੇਖਦਾ, ਪੋਸਟਾਂ ਦੇਖਦਾ, ਇਹ ਕਦੇ ਸੜਕ ਦਾ ਉਦਘਾਟਨ ਕਰ ਰਹੇ ਨੇ, ਕਦੇ ਕੂੜਾ ਚਕਵਾ ਰਹੇ ਨੇ। ਇਹ MLA ਦਾ ਕੰਮ ਨਹੀਂ ਹੈ, ਇਹ ਕਾਉਂਸਲਰ ਵਾਲੇ ਕੰਮ ਨੇ, ਇਹ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਕੰਮ ਨੇ। ਤੁਸੀਂ ਆਪਣਾ ਕੰਮ ਕਰੋ, ਚੰਗੀਆਂ ਨੀਤੀਆਂ ਬਣਾਓ। ਬੇਸਿਕਲੀ ਜਿਹੜੇ MLAs ਹੁੰਦੇ ਆ ਨਾ, ਦੇ ਆਰ ਲਾਅ ਮੇਕਰਸ, ਦੇ ਆਰ ਪਾਲਿਸੀ ਮੇਕਰਸ। ਸਾਡੇ ਸਿਸਟਮ 'ਚ ਤੁਸੀਂ ਚੰਗੀਆਂ ਪਾਲਿਸੀ ਲੈ ਕੇ ਆਓ। ਹੁਣ ਇਹਨਾਂ ਨੇ ਇੱਕ ਮੁਹਿੰਮ ਚਲਾਈ ਹੈ, ਠੀਕ ਹੈ, ਚੰਗੀ ਮੁਹਿੰਮ ਹੈ ਕਿ ਅਸੀਂ ਕਰਪਸ਼ਨ ਨੂੰ ਖਤਮ ਕਰਨਾ। ਇਹਨਾਂ ਨੇ ਕਈ ਅਫਸਰਾਂ ਦੇ ਖਿਲਾਫ, ਕਈ ਮਿਨਿਸਟਰਸ ਦੇ ਖਿਲਾਫ ਇਹਨਾਂ ਨੇ ਐਕਸ਼ਨ ਵੀ ਲਿਆ, ਪਰ ਮੈਮ ਉਹਦੇ ਨਾਲ ਗਰਾਊਂਡ ਲੈਵਲ ਤੇ ਕਰਪਸ਼ਨ ਖਤਮ ਹੋ ਜੂਗੀ? ਸਵਾਲ ਇਹ ਖੜਾ ਹੁੰਦਾ। ਗਰਾਊਂਡ ਲੈਵਲ ਤੇ ਤਾਂ ਕਰਪਸ਼ਨ ਉਹ ਵੀ ਚੱਲ ਰਹੀ ਹੈ। ਪਰ ਇਹਨਾਂ ਨੇ ਇੱਕ ਆਪਣੇ ਵੀ ਜਿਹੜੇ ਉਸ ਨੂੰ ਵੀ ਜਿਹੜਾ ਹੈ ਇੱਕ ਸਸਪੈਂਡ ਕਰ ਦਿੱਤਾ ਹੈ, ਆਪਣੇ ਹੀ ਇੱਕ MLA ਨੂੰ ਕਰ ਦਿੱਤਾ ਹੈ, ਤੇ ਉਸ ਤੋਂ ਇਹਨਾਂ ਨੂੰ ਲੱਗਦਾ ਹੈ ਕਿ ਕਾਫੀ ਜਿਹੜੀ ਵਾਹਵਾਹੀ ਇਹਨਾਂ ਨੂੰ ਮਿਲ ਗਈ ਕਿ ਆਪਣੇ ਹੀ ਉਸ ਨੂੰ, ਆਪਣੇ ਹੀ ਬੰਦੇ ਨੂੰ ਇਹਨਾਂ ਨੇ ਕਰ ਦਿੱਤਾ। ਮੈਮ ਦੇਖੋ ਮੈਂ ਉਹੀ ਕਿਹਾ ਨਾ, ਤੁਸੀਂ ਉੱਪਰਲੇ ਲੈਵਲ ਤੇ ਠੀਕ ਹੈ ਆਪਣੇ ਕੁਲੀਗ ਤੇ ਵੀ ਖਿਲਾਫ ਐਕਸ਼ਨ ਲਿਆ, ਤੁਸੀਂ ਉਹਨੂੰ ਮਤਲਬ ਕਰਪਸ਼ਨ ਦੇ ਇਲਜ਼ਾਮਾਂ ਤੇ ਉਹਨੂੰ ਅੰਦਰ ਕੀਤਾ ਹੋਇਆ, ਪਰ ਗਰਾਊਂਡ ਲੈਵਲ ਤੇ ਕਰਪਸ਼ਨ ਨਹੀਂ ਖਤਮ ਹੋਣੀ ਆਵੇ। ਗਰਾਊਂਡ ਲੈਵਲ ਤੇ ਜਿਹੜੀ ਸਾਡੀ ਬਿਊਰੋਕ੍ਰੇਸੀ ਆ, ਜਿਹੜੇ ਕੁਝ ਕਰਪਟ ਅਫਸਰ ਨੇ, ਇਹਨਾਂ ਦਾ ਨਾ ਇੱਕ ਨੈਕਸਸ ਬਣਿਆ ਹੋਇਆ। ਇਹ ਆਪਣੇ ਕਰਪਟ ਕੁਲੀਗ ਨੂੰ ਬਚਾਉਣ ਲਈ ਵੀ ਆਪਣੀਆਂ ਪਾਵਰ ਯੂਜ਼ ਕਰਦੇ, ਮਿਸਯੂਜ਼ ਕਰਦੇ ਨੇ, ਤੇ ਇੱਥੇ ਇਹਨਾਂ ਨੂੰ ਅਕਾਊਂਟੇਬਲ ਬਣਾਓ। ਮਾਨ ਸਾਹਿਬ, ਮੈਂ ਇੱਕ ਮੁੱਦਾ ਪਿਛਲੇ ਦਿਨਾਂ 'ਚ ਹੀ ਚੱਕਿਆ ਸੀ ਕਿ ਇੱਕ ਪਟਵਾਰੀ
ਬਲਜੀਤ ਸਿੰਘ, ਜਿਹਦੇ ਖਿਲਾਫ ਆਲਰੇਡੀ ਮਾਨਯੋਗ ਕਮਿਸ਼ਨਰ ਸਾਹਿਬ ਨੇ 2019 ਚ ਆਰਡਰ ਦਿੱਤੇ ਹੋਏ ਆ ਕਿ ਇਹਦੇ ਖਿਲਾਫ ਅਨੁਸ਼ਾਸਨਿਕ ਤੇ ਪੁਲਿਸ ਕਾਰਵਾਈ ਕੀਤੀ ਜਾਏ, ਇਹ ਲੈਂਡ ਮਾਫੀਆ ਦਾ ਸਰਗਨਾ ਹੈ। ਤੇ ਆ ਪਿਛਲੇ ਦਿਨੀ ਚ ਆਪ ਐਮਐਲਏ ਸਮਰਾਲਾ ਨੇ ਉਹਨੂੰ ਰੰਗੇ ਹੱਥ ਫੜਿਆ, ਰਿਸ਼ਵਤ ਲੈਂਗੇ ਤੇ ਰੰਗੇ ਹੱਥ ਪਤਾ ਕਿਹਨੂੰ ਫੜਿਆ? ਕਾਨੂੰਗੋ ਨੂੰ, ਜਿਹਦੇ ਖਿਲਾਫ ਕਮਿਸ਼ਨਰ ਸਾਹਿਬ ਨੇ ਆਰਡਰ ਦਿੱਤੇ ਹੋਏ ਆ ਕਾਰਵਾਈ ਕਰੋ, ਉਹਨੂੰ ਤੁਸੀਂ ਪ੍ਰਮੋਟ ਕਰਕੇ ਕਾਨੂੰਗੋ ਲਾਤਾ ਮਾਛੀਵਾੜੇ। ਇਦਾਂ ਕਰਪਸ਼ਨ ਥੋੜੀ ਖਤਮ ਹੋਣੀ ਹੈ। ਇਹ ਤਾਂ ਹੁਣ ਉਹਨਾਂ ਅਫਸਰਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਜਿਹੜੇ ਇਸ ਪਟਵਾਰੀ ਨੂੰ ਬਚਾ ਰਹੇ ਸੀ, ਪਲੱਸ ਪ੍ਰਮੋਸ਼ਨ ਦਿੱਤੀ ਜਿਨ੍ਹਾਂ ਨੇ, ਤਾਂ ਜਾ ਕੇ ਗਰਾਊਂਡ ਲੈਵਲ ਤੇ ਕਰਪਸ਼ਨ ਨੂੰ ਅਸੀਂ ਖਾਤਮਾ ਕਰ ਸਕਦੇ ਹਾਂ, ਨਹੀਂ ਤਾਂ ਕਰਪਸ਼ਨ ਖਤਮ ਨਹੀਂ ਹੋਣੀ ਗਰਾਊਂਡ ਲੈਵਲ ਤੇ। ਪਰ ਇਹਨਾਂ ਨੇ ਹੁਣ ਜਿਹੜਾ 5 ਦਿਨ ਦਾ ਜਿਹੜਾ ਬਜਟ ਪੇਸ਼ ਕੀਤਾ ਉਸ ਵਿੱਚ ਵੀ ਜਿਹੜਾ ਹੈ ਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ ਹੈਲਥ ਤੇ ਐਜੂਕੇਸ਼ਨ ਤੇ ਜ਼ਿਆਦਾ ਸਟ੍ਰੈਸ ਦੇਵਾਂਗੇ, ਪਰ ਇਹਦੇ ਵਿੱਚ ਵੀ ਜਿਹੜੇ ਯੂਥ ਹੈ ਜਾਂ ਮੱਧੇ ਵਰਗੀ ਲੋਕੀ ਨੇ ਜਾਂ ਸ਼ੌਪਕੀਪਰਸ ਨੇ ਜਾਂ ਜਿਹੜੇ ਮਿਡਲ ਕਲਾਸ ਨੇ ਉਹਨਾਂ ਵਾਸਤੇ ਕੁਝ ਵੀ ਨਹੀਂ ਕੀਤਾ ਗਿਆ। ਇਸ ਬਾਰੇ ਤੁਹਾਡਾ ਕੀ ਕਹਿਣਾ? ਮੈਮ ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਮਿਡਲ ਕਲਾਸ ਲੋਕਾਂ ਲਈ ਇੱਕ ਤਰਾਸਦੀ ਹੈ ਕਿ ਉਹਨਾਂ ਨੂੰ ਅੱਜ ਤੱਕ ਕਦੇ ਆਗੂ ਹੀ ਨਹੀਂ ਮਿਲਿਆ ਜਿਹੜੀ ਮਿਡਲ ਕਲਾਸ ਵਰਗ ਲੋਕਾਂ ਦੀ ਆਵਾਜ਼ ਬਣੇ। ਦੇਖੋ ਮਿਡਲ ਕਲਾਸ ਬੰਦਾ ਮੈਮ ਵੋਕਲ ਨਹੀਂ ਹੁੰਦਾ, ਪਰ ਉਹਦੇ ਅੰਦਰ ਪੀੜਾ ਬਹੁਤ ਹੈ, ਉਹਦੇ ਅੰਦਰ ਦਰਦ ਬਹੁਤ ਹੈ। ਇੱਕ ਤਾਂ ਮਹਿੰਗਾਈ ਨੇ ਮਿਡਲ ਕਲਾਸ ਦਾ ਲੱਕ ਤੋੜਤਾ, ਕਾਰੋਬਾਰ ਚੱਲ ਨਹੀਂ ਰਿਹਾ, ਤੇ ਬੱਚਿਆਂ ਦੀਆਂ ਫੀਸਾਂ ਨੇ, ਜੇ ਉਹਨਾਂ ਦਾ ਕੋਈ ਮੈਂਬਰ ਬਿਮਾਰ ਹੋ ਜਾਂਦਾ ਉਹਦਾ ਇਲਾਜ ਦਾ ਖਰਚਾ, ਜਿਹੜੀਆਂ ਬੇਸਿਕ ਨੀਡਸ ਨੇ ਹਨਾ ਉਹ ਖਰਚਾ, EMI ਦੀਆਂ ਕਿਸ਼ਤਾਂ ਦਾ ਖਰਚਾ, ਉਹ ਖਰਚਾ ਕਿਵੇਂ ਪੂਰਾ ਕਰੇ? ਜਿਹੜੇ ਮਿਡਲ ਕਲਾਸ ਬੰਦੇ ਦੀ ਮੈਮ ਕਮਾਈ ਰੁਕ ਜੇ ਨਾ ਉਹਦੇ ਸਿਰ ਤੇ ਬੋਝ ਪੈ ਜਾਂਦਾ ਹੈ। ਅੱਜ ਮਿਡਲ ਕਲਾਸ ਬੰਦਾ ਬੋਝ 'ਚ ਹੈ, ਟੈਨਸ਼ਨ 'ਚ ਹੈ, ਸਟ੍ਰੈਸ ਵਿੱਚ ਹੈ, ਜਿਹਦੇ ਕਰਕੇ ਉਹਦੇ ਚਿਹਰੇ ਤੇ ਤੁਹਾਨੂੰ ਸਿਰਫ ਨਿਰਾਸ਼ਾ ਤੇ ਮਾਯੂਸੀ ਨਜ਼ਰ ਆਊਗੀ। ਮੇਰੀ ਮਾਨ ਸਾਹਿਬ ਨੂੰ ਵੀ ਬੇਨਤੀ ਹੈ ਤੇ ਕੇਂਦਰ ਦੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਥੋੜਾ ਤਰਸ ਕਰ ਲਓ ਮਿਡਲ ਕਲਾਸ ਲੋਕਾਂ ਤੇ। ਤੁਸੀਂ ਮਿਡਲ ਕਲਾਸ ਲੋਕਾਂ ਦਾ ਖੂਨ ਚੂਸ ਲਿਆ। ਮੈਕਸਿਮਮ ਟੈਕਸ ਪੇਅਰਸ ਮਿਡਲ ਕਲਾਸ ਹੈ, ਮਿਡਲ ਕਲਾਸ ਹਰ ਚੀਜ਼ ਤੇ ਟੈਕਸ ਭਰ ਰਿਹਾ, ਠੀਕ ਹੈ, ਤੇ ਜੇ ਜੌਬ ਕਰਦਾ ਤਾਂ ਵੀ ਟੈਕਸ ਭਰਦਾ, ਪਰ ਉਹਦੇ ਬਦਲੇ ਉਹਨੂੰ ਮਿਲਦਾ ਕੀ ਹੈ? ਬੋਝ। ਤੁਸੀਂ ਉਹਨੂੰ ਬੋਝ ਤੋਂ ਬਾਹਰ ਕੱਢੋ। ਕਿ ਫੈਮਿਲੀ ਦਾ ਬੋਝ, ਲਾਇਬਿਲਟੀਜ਼ ਉਹਨਾਂ ਤੇ ਇੰਨੀਆਂ ਹੁੰਦੀਆਂ ਨੇ ਕਿ ਬੱਚਿਆਂ ਦੀ ਪੜ੍ਹਾਈ ਤੇ ਹਰ ਚੀਜ਼ ਤੇ, ਜੇ ਬੱਚਿਆਂ ਨੇ ਬਾਹਰ ਜਾਣਾ ਉਦੋਂ ਵੀ ਕਿ ਉਹਨਾਂ ਦੇ ਆਪਣੇ ਬੱਚੇ ਜਿਹੜੇ ਨੇ ਉਹਨਾਂ ਕੋਲ ਨਹੀਂ ਰਹਿੰਦੇ, ਓਪਰਚੁਨਿਟੀਜ਼ ਨਹੀਂ ਹੈਗੀਆਂ ਇੱਥੇ, ਪਰ ਫਿਰ ਵੀ ਜਿਹੜਾ ਕਿਤੇ ਨਾ ਕਿਤੇ ਪਿਸਦਾ ਤਾਂ ਆਮ ਆਦਮੀ ਹੈ। ਮੈਮ ਦੇਖੋ ਮੈਂ ਇੱਕ ਪਰਿਵਾਰ ਨੂੰ ਮਿਲਿਆ, ਮਿਡਲ ਕਲਾਸ ਫੈਮਿਲੀ ਸੀ, ਤੇ ਉਹਦੇ ਬੇਟਾ ਮਿਲਿਆ, ਉਹਨਾਂ ਦਾ ਬੇਟਾ, ਉਹਨਾਂ ਦੇ ਫਾਦਰ ਨੇ ਕਰਜ਼ਾ ਚੁੱਕਿਆ ਹੋਇਆ ਸੀ, ਤੇ ਬੇਟੇ ਦੀ ਇਹ ਵਰਡਿੰਗ ਸੀ ਕਿ ਮੈਂ ਤਾਂ ਕਰਜ਼ੇ 'ਚ ਹੀ ਪੈਦਾ ਹੋਇਆ ਤੇ ਕਰਜ਼ੇ 'ਚ ਹੀ ਜ਼ਿੰਦਗੀ ਕੱਢ ਰਿਹਾ। ਤੇ ਦੇਖੋ ਮਤਲਬ ਕਿੱਥੇ ਮਤਲਬ ਬੋਝ ਅੱਗੋਂ ਦੀ ਅਗਲੀ ਪੀੜ੍ਹੀ ਤੱਕ ਜਾ ਰਿਹਾ, ਤੇ ਸਾਡੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ, ਨਾਕਾਮੀਆਂ ਕਰਕੇ ਇਹ ਹਾਲ ਬਣਿਆ ਮੈਮ। ਤਾਂ ਹੀ ਨੌਜਵਾਨ ਬਾਹਰਲੇ ਮੁਲਕਾਂ ਦਾ ਭੱਜਣ ਦਾ ਇੱਕ ਇਹ ਵੀ ਕਾਰਨ ਹੈ ਕਿ ਨੌਜਵਾਨ ਨੂੰ ਲੱਗਦਾ ਹੈ ਕਿ ਇੱਥੇ ਰਹਿ ਕੇ ਤਾਂ ਅਸੀਂ ਕਰਜ਼ਾ ਲਾ ਨਹੀਂ ਸਕਦੇ, ਬਾਹਰ ਜਾ ਕੇ ਅਸੀਂ ਮਾਪਿਓ ਤੇ ਜਿਹੜਾ ਕਰਜ਼ਾ ਚੜਿਆ ਹੋਇਆ ਪਹਿਲੇ ਅਸੀਂ ਉਹ ਕਰਜ਼ਾ ਉਤਾਰੀਏ। ਤੇ ਇਹ ਹੁਣ ਸਰਕਾਰਾਂ ਦੇ ਮੂੰਹ ਤੇ ਥੱਪੜ ਹੈ, ਚਪੇੜ ਹੈ। ਐਲਾਨ ਤੁਹਾਡੇ ਬਹੁਤ ਵੱਡੇ ਵੱਡੇ ਹੁੰਦੇ, ਇਲੈਕਸ਼ਨਾਂ ਤੋਂ ਪਹਿਲਾਂ ਇਦਾਂ ਦੇ ਐਲਾਨ ਹੁੰਦੇ ਕਿ ਸ਼ਾਇਦ ਲੋਕਾਂ ਨੂੰ ਲੱਗਦਾ ਕਿ ਅਗਲੇ ਦਿਨ ਹੀ ਸੁਧਾਰ ਹੋ ਜਾਊਗਾ, ਪਰ ਜਦੋਂ ਇਹਨਾਂ ਦੇ ਹੱਥ 'ਚ ਸੱਤਾ ਆ ਜਾਂਦੀ ਹੈ ਫਿਰ ਕਹਿੰਦੇ ਆ ਸਮਾਂ ਚਾਹੀਦਾ। ਪਰ ਇਹਨਾਂ ਨੇ ਤਾਂ ਕਾਫੀ ਗਰੰਟੀਆਂ ਜਿਹੜੀਆਂ ਦਿੱਤੀਆਂ ਸੀ ਕਿ ਹਰ ਵਾਰ ਜਿਹੜੇ ਕੇਜਰੀਵਾਲ ਆਉਂਦੇ ਸੀ ਜਾਂ ਜਿਹੜੇ ਆਮ ਆਦਮੀ ਭਗਵੰਤ ਮਾਨ ਆਉਂਦੇ ਸੀ, ਹਰ ਵਾਰ ਨਵੀਂ ਗਰੰਟੀ ਦੇ ਕੇ ਜਾਂਦੇ ਸੀ, ਪਰ ਹਾਲੇ ਤੱਕ ਵੀ ਜਿਹੜਾ ਹੈ ਜੇ ਗੱਲ ਕਰੀਏ ਆਪਾਂ ਲੇਡੀਜ਼ ਦੀ, ਉਹਨਾਂ ਨੂੰ 1000 ਰੁਪਇਆ ਮਿਲਣਾ ਸੀ, ਉਹਦੀ ਗੱਲ ਤਾਂ ਹਾਲੇ ਬਜਟ ਵਿੱਚ ਵੀ ਨਹੀਂ ਕੀਤੀ ਗਈ। 1 ਜੁਲਾਈ ਤੋਂ ਜਿਹੜਾ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਬਿਜਲੀ ਦੇ ਮੁੱਦੇ ਤੇ ਗੱਲ ਕੀਤੀ ਜਾਏਗੀ, ਹੁਣ 1 ਜੁਲਾਈ ਤੋਂ ਕਿਹਾ ਗਿਆ, ਹੁਣ 1 ਕਿਲੋਵਾਟ ਤੇ ਆ ਗਏ ਨੇ। ਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਮੈਮ ਜੇ ਤੁਸੀਂ ਮੇਰਾ ਨਿੱਜੀ ਵਿਚਾਰ ਪੁੱਛੋ ਨਾ, ਮੈਂ ਇਸ ਹੱਕ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਹੈਗਾ ਕਿ ਫਰੀਬੀਜ਼ ਵਾਲੀ ਪੋਲਿਟਿਕਸ ਕੀਤੀ ਜਾਵੇ, ਪਰ ਇਹਦੇ 'ਚ ਲੋਕਾਂ ਦੀ ਮਜਬੂਰੀ ਬਣਾਈ ਜਾਂਦੀ ਹੈ ਕਿ ਉਹ ਫਰੀਬੀਜ਼ ਵੱਲ ਅਟਰੈਕਟ ਹੋ ਜਾਣ। ਉਹਨਾਂ ਨੂੰ ਆਰਥਿਕ ਹਾਲਾਤ ਉਹਨਾਂ ਦੇ ਇੰਨੇ ਕੁ ਮਾੜੇ ਕਰ ਦਿੱਤੇ ਜਾਂਦੇ ਆ, ਸਰਕਾਰਾਂ ਵੱਲੋਂ ਹੀ ਕੀਤੇ ਜਾਂਦੇ ਆ, ਫਿਰ ਤਾਈ ਜਿਹੜੇ ਵੱਡੇ ਵੱਡੇ ਜੁਮਲੇ ਨੇ 15 ਲੱਖ ਤੁਹਾਨੂੰ ਆਊਗਾ ਜਾਂ 1000 ਰੁਪਇਆ ਮਹੀਨਾ ਤੁਹਾਡੇ ਅਕਾਊਂਟ 'ਚ ਇੰਨੇ ਪੈਸੇ ਆਣਗੇ, ਇਹ ਮਿਲੂਗਾ ਤੁਹਾਨੂੰ, ਉਹ ਮਿਲੂਗਾ, ਉਹ ਲੋਕਾਂ ਦੀ ਫਿਰ ਮਜਬੂਰੀ ਬਣ ਜਾਂਦੀ ਹੈ ਕਿ ਉੱਦਾਂ ਤਾਂ ਅਸੀਂ ਮਤਲਬ ਬਹੁਤ ਮਾੜੇ ਹਾਲਾਤਾਂ 'ਚ ਰਹਿ ਰਹੇ ਹਾਂ, ਸ਼ਾਇਦ ਇਸ ਫਰੀਬੀ ਨਾਲ ਸਾਨੂੰ ਥੋੜਾ ਬਹੁਤ ਸਹਾਰਾ ਮਿਲ ਜੇ। ਇਹ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੱਕਦੇ ਆ ਪੋਲੀਟੀਕਲ ਪਾਰਟੀਆਂ, ਪਰ ਆਪਣੀ ਸਰਕਾਰਾਂ ਦੀ ਵਰਕਿੰਗ ਇਹ ਹੋਣੀ ਚਾਹੀਦੀ ਹੈ ਲੋਕਾਂ ਨੂੰ ਪੈਰਾਂ ਤੇ ਕਿਵੇਂ ਖੜਾ ਕਰਨਾ। ਲੋਕਾਂ ਨੂੰ ਅਸੀਂ ਪੈਰਾਂ ਤੇ ਖੜਾ ਕਰੀਏ, ਲੋਕ ਆਪਣੀ ਕਮਾਈ ਆਪ ਕਰ ਸਕਦੇ ਆ, ਪਰ ਉਹਨਾਂ ਨੂੰ ਤੁਸੀਂ ਚੰਗੀ ਇਨਕਮ ਤਾਂ ਦਿਓ। ਜੇ ਤੁਸੀਂ ਨੌਜਵਾਨ ਜਿਹੜੇ ਵੀ ਲਾਈਨ 'ਚ ਜਾ ਰਿਹਾ, ਜੇ MBA ਕਰ ਰਿਹਾ, ਉਹਨੂੰ ਉਸ ਲਾਈਨ ਦੇ ਅਕੋਰਡਿੰਗ ਜੌਬ ਦਿਓ ਵਿਦ ਚੰਗੀ ਇਨਕਮ, ਤਾਂ ਹੀ ਨੌਜਵਾਨ ਇੱਥੇ ਰਹੂਗਾ ਨਾ। ਉਹਨੂੰ ਰਾਹ ਨਾ ਬਦਲਣਾ ਪਏ, ਉਹਨੂੰ ਲਾਈਨ ਨਾ ਬਦਲਣੀ ਪਏ। ਉਹ ਮੈਂ ਹੁਣ ਇੱਥੇ ਦੇਖੋ ਆਪਣੇ ਦੇਸ਼ ਕਿੰਨੇ ਨੌਜਵਾਨ ਹੈ ਜਿਹੜੇ ਆਪਣੇ ਸੁਪਨੇ ਮਾਰ ਰਹੇ, ਕਿਉਂਕਿ ਉਹਨਾਂ ਕੋਲ ਫਾਈਨੈਂਸ਼ੀਅਲ ਮਦਦ ਨਹੀਂ ਹੈਗੀ, ਫਾਈਨੈਂਸ਼ੀਅਲ ਸਪੋਰਟ ਨਹੀਂ ਹੈਗੀ, ਤੇ ਇਹਦੇ ਵੱਲ ਸਰਕਾਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਤਾਂ ਹੀ ਉਹ ਸੁਪਨਾ ਭਗਵੰਤ ਮਾਨ ਜੀ ਦਾ ਪੂਰਾ ਹੋਊਗਾ ਜਿਹੜਾ ਉਹ ਕਹਿੰਦੇ ਆ ਨਾ ਕਿ ਬਾਹਰੋਂ
ਲੋਕ ਇੱਥੇ ਆ ਕੇ ਨੌਕਰੀਆਂ ਕਰਨ। ਪਹਿਲੇ ਸਾਨੂੰ ਆਪਣਾ ਸਿਸਟਮ ਸੁਧਾਰਨ ਦੀ ਲੋੜ ਹੈ। ਜਿੱਦਾਂ ਦਾ ਲਾਅ ਐਂਡ ਆਰਡਰ ਬਣ ਗਿਆ ਨਾ ਸਾਡੇ ਪੰਜਾਬ 'ਚ, ਮੈਨੂੰ ਤਾਂ ਇਹ ਡਰ ਹੈ ਕਿਤੇ ਪੰਜਾਬ ਨਾ ਖਾਲੀ ਹੋ ਜੇ। ਬਾਹਰੋਂ ਤਾਂ ਅਸੀਂ ਕੀ ਬੁਲਾਉਣਾ, ਸਾਡੇ ਨੌਜਵਾਨ ਇੱਥੋਂ ਹੋਰ ਸਪੀਡ ਨਾਲ ਭੱਜਣਗੇ। ਤੇ ਮੈਮ ਸਿੱਧੂ ਮੂਸੇਵਾਲੇ ਦੀ ਮੌਤ ਨਾਲ ਲੱਖਾਂ ਨੌਜਵਾਨਾਂ ਦੇ ਸੁਪਨਿਆਂ ਦੀ ਵੀ ਨਾਲ ਮੌਤ ਹੋਈ ਹੈ। ਪਰ ਸਰ ਜਿਹੜੇ ਇਹ ਨੇ ਸਿੱਧੂ ਮੂਸੇਵਾਲੇ ਦੀ ਮੌਤ ਨਾਲ ਜਦੇ ਕਾਂਡ ਹੋਇਆ ਹੈ, ਉਸ ਤੋਂ ਬਾਅਦ ਜਿਹੜੇ ਨੌਜਵਾਨਾਂ ਦੇ ਮਨ 'ਚ ਇੱਕ ਡਰ ਬੈ ਗਿਆ ਉਹਨਾਂ ਵੱਲੋਂ ਹੁਣ ਇਹ ਹੈ ਕਿ ਅਸੀਂ ਜਲਦੀ ਤੋਂ ਜਲਦੀ ਬਾਹਰ ਜਾਈਏ, ਕਿ ਅਸੀਂ ਪੰਜਾਬ 'ਚ ਨਹੀਂ ਰਹਿਣਾ, ਇਹ ਸਾਡੇ ਵਾਸਤੇ ਹੁਣ ਸੇਫ ਨਹੀਂ ਰਿਹਾ, ਕਿ ਇੰਨਾ ਵੱਡਾ ਜਿਹੜਾ ਪੰਜਾਬ ਦਾ ਇੱਕ ਫੇਸ ਸੀਗਾ ਉਹੀ ਚਲਾ ਗਿਆ, ਤੇ ਜੋ ਉਮੀਦਾਂ ਸੀ ਕਿੰਨਿਆਂ ਦੀਆਂ ਤੇ ਉਹੀ ਜਿਹੜਾ ਬਾਹਰ ਚਲਾ ਗਿਆ। ਬਿਲਕੁਲ ਬਿਲਕੁਲ ਮੈਮ, ਦੇਖੋ ਹੁਣ ਤੁਸੀਂ ਮੈਨੂੰ ਇਹ ਸਵਾਲ ਕੀਤਾ ਕਿ ਨੌਜਵਾਨਾਂ ਦੇ ਵਿੱਚ ਡਰ ਹੈ, ਪੇਰੈਂਟਸ ਵੀ ਸਹਿਮੇ ਹੋਇਆ। ਹੁਣ ਮੈਂ ਤੁਹਾਨੂੰ ਪੁੱਛ ਲੈਣਾ ਸਵਾਲ, ਤੁਹਾਨੂੰ ਪੇਰੈਂਟਸ ਅਲਾਓ ਕਰਦੇ ਕਿ 7-8 ਵਜੇ ਤੋਂ ਬਾਅਦ ਬੇਟੇ ਬਾਹਰ ਘੁੰਮੋ? ਨਹੀਂ ਕਰਨਗੇ, ਠੀਕ ਹੈ ਨਾ। ਇਹ ਸੇਫਟੀ ਨਹੀਂ ਹੈ ਇੱਥੇ। ਸਾਡਾ ਇਹ ਹੈ ਸਾਡਾ ਸਿਸਟਮ ਫੇਲੀਅਰ। ਤਾਂ ਹੀ ਮੈਂ ਕਿਹਾ ਸਿਰਫ ਐਲਾਨਾਂ ਨਾਲ, ਬਿਆਨਾਂ ਨਾਲ ਗਰਾਊਂਡ ਰਿਐਲਿਟੀ ਨਹੀਂ ਤੁਸੀਂ ਬਦਲ ਸਕਦੇ। ਗਰਾਊਂਡ ਰਿਐਲਿਟੀ ਇਹ ਹੈ ਜਿਹੜੇ ਅਸੀਂ ਲੋਕ ਫੇਸ ਕਰਦੇ ਹਾਂ। ਬੇਸਿਕਲੀ ਵੀ ਆਰ ਦੀ ਸਫਰਰਸ, ਠੀਕ ਹੈ ਨਾ। ਤੁਸੀਂ ਆਮ ਲੋਕਾਂ ਦੀ ਪੀੜਾ ਨੂੰ ਸਮਝੋ। ਜੇ ਮਿਡਲ ਕਲਾਸ ਬੰਦਾ ਵੋਕਲ ਨਹੀਂ ਹੈਗਾ, ਇਹਦੇ ਮਤਲਬ ਇਹ ਨਹੀਂ ਹੈਗਾ ਕਿ ਉਹਦੇ ਅੰਦਰ ਪੀੜ ਨਹੀਂ ਹੈਗੀ। ਜੇ ਕੋਈ ਬੰਦਾ ਗਰਾਊਂਡ ਲੈਵਲ ਤੇ ਕਰਪਸ਼ਨ ਦੇ ਖਿਲਾਫ ਮੋਰਚਾ ਨਹੀਂ ਖੋਲ ਰਿਹਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕਰਪਸ਼ਨ ਖਤਮ ਹੋ ਗਈ। ਉਹਦੀ ਮਜਬੂਰੀ ਆ, ਉਹ ਕਹਿੰਦਾ ਮੈਂ ਕਿਹਦੇ ਨਾਲ ਦੁਸ਼ਮਣੀਆਂ ਪਾਵਾਂ। ਇੱਕ ਕਰਪਟ ਅਫਸਰ ਦੂਜੇ ਕਰਪਟ ਅਫਸਰ ਨੂੰ ਬਚਾਉਣ ਤੇ ਲੱਗ ਜਾਂਦਾ ਤੇ ਰੋਲਿਆ ਆਮ ਬੰਦੇ ਨੂੰ ਚਾਹੁੰਦਾ। ਇਹ ਹੈ ਬੇਸਿਕਲੀ ਸਹੀ ਜਿਹੜਾ ਤੁਸੀਂ ਕਹ ਲਓ ਤਸਵੀਰ ਸਾਡੇ ਸਿਸਟਮ ਦੀ। ਇਹ ਤਸਵੀਰ ਨੂੰ ਠੀਕ ਕਰਨ ਦੀ ਲੋੜ ਹੈ। ਤੇ ਮਾਨ ਸਾਹਿਬ, ਮੈਂ ਲੁਧਿਆਣੇ ਦੀ ਗੱਲ ਹੀ ਕਰਦਾ, ਲੁਧਿਆਣਾ 'ਚ ਇੱਕ ਸਪੈਸ਼ਲ ਇੱਕ ਕਮੇਟੀ ਬਿਠਾਓ ਜਿਹਦੇ ਨਾਲ ਇਹ ਜਿਹੜੇ ਅਫਸਰ ਨੇ, ਬਿਊਰੋਕਰੇਟਸ ਨੇ, ਪੁਲਿਸ ਹੈ, ਇਹਨਾਂ ਨੂੰ ਅਕਾਊਂਟੇਬਲ ਬਣਾਓ। ਇਹ ਅਕਾਊਂਟੇਬਲ ਬਣਾਉਣਾ ਪੈਣਾ ਹੈ। ਜਦੋਂ ਤੱਕ ਆਪਾਂ ਇਹਨਾਂ ਦੀ ਡਿਊਟੀ ਨੂੰ ਅਕਾਊਂਟੇਬਲ ਨਹੀਂ ਬਣਾਉਂਦੇ, ਟਰਾਂਸਪੇਰੈਂਸੀ ਨਹੀਂ ਲੈ ਕੇ ਆਉਂਦੇ, ਉਦੋਂ ਤੱਕ ਅਸੀਂ ਆਪਣੇ ਸਿਸਟਮ 'ਚ ਸੁਧਾਰ ਨਹੀਂ ਕਰ ਸਕਦੇ। ਤੇ ਇਹ ਤਾਂ ਹੁਣ ਜੇ ਪੰਜਾਬ ਦਾ ਕੰਮ ਛੱਡ ਕੇ ਕਦੇ ਹਿਮਾਚਲ ਪ੍ਰਚਾਰ ਕਰ ਰਹੇ ਨੇ, ਕਦੇ ਕਿਤੇ ਪ੍ਰਚਾਰ ਕਰ ਰਹੇ ਨੇ, ਪਰ ਇਹ ਪ੍ਰਚਾਰਾਂ ਦੇ ਵੀ ਤਾਂ ਜਿਹੜੇ ਹੈ ਸਾਡੇ ਟੈਕਸਾਂ ਤੋਂ ਹੀ ਪੈਸੇ ਜਾ ਰਹੇ ਨੇ। ਬਿਲਕੁਲ ਮੈਮ, ਦੁੱਖ ਦੀ ਗੱਲ ਹੈ। ਆਲਰੇਡੀ ਸਾਡਾ ਜਿਹੜਾ ਪੰਜਾਬ ਹੈ ਲਗਭਗ 3 ਲੱਖ ਕਰੋੜ ਦਾ ਕਰਜ਼ਾਈ ਸਟੇਟ ਹੈ। ਆਪਣੇ ਤਾਂ ਵਿੱਤੀ ਹਾਲਾਤ ਪਹਿਲੇ ਹੀ ਬਹੁਤ ਮਾੜੇ ਨੇ। ਜੇ ਆਪਾਂ ਇਹ ਜਿਹੜਾ ਸਾਡਾ ਲੋਕਾਂ ਦਾ ਮਿਹਨਤ ਦਾ ਪੈਸਾ, ਟੈਕਸ ਦਾ ਪੈਸਾ, ਜੇ ਆਪਾਂ ਇਹਨਾਂ ਨੂੰ ਪ੍ਰਚਾਰ ਲਈ ਹੀ ਵਰਤਣਾ ਤੇ ਲੋਕਾਂ ਨੇ ਇਹਦੇ ਲਈ ਵੋਟਾਂ ਥੋੜ੍ਹੀਆਂ ਪਾਈਆਂ ਇਸ ਸਰਕਾਰ ਨੂੰ। ਲੋਕਾਂ ਨੇ ਆਪਣੇ ਹੱਕ ਲੈਣ ਲਈ ਵੋਟਾਂ ਪਾਈਆਂ। ਇਹ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ, ਪਿਛਲੀਆਂ ਸਰਕਾਰਾਂ ਦਾ ਵੀ ਕੁਝ ਨਹੀਂ ਰਿਹਾ, ਜ਼ਮਾਨਤਾਂ ਜ਼ਬਤ ਹੋਈਆਂ। ਜੇ ਤੁਸੀਂ ਇਸੇ ਰਾਹ ਤੇ ਤੁਰੋਗੇ ਤੁਹਾਡਾ ਵੀ ਇਹੀ ਅਸਰ ਹੋਊਗਾ ਆਉਣ ਵਾਲੇ ਸਮੇਂ 'ਚ। ਤੇ ਸਰ ਤੁਹਾਡੇ ਅਕੋਰਡਿੰਗ ਕਿਹੋ ਜਿਹੀਆਂ ਨੀਤੀਆਂ ਉਹਨਾਂ ਨੂੰ ਲੈ ਕੇ ਆਉਣੀਆਂ ਚਾਹੀਦੀਆਂ ਨੇ ਕਿ ਯੂਥ ਵਾਸਤੇ, ਲੇਡੀਜ਼ ਵਾਸਤੇ ਤੇ ਉਹ ਜਿਹੜੇ ਖਾਸ ਕਰਕੇ ਮਿਡਲ ਕਲਾਸ ਵਾਸਤੇ? ਮੈਮ ਪਹਿਲੇ ਤਾਂ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਪੈਣੇ ਆ ਨੌਜਵਾਨਾਂ ਲਈ। ਇੱਕ ਜਿਹੜੀ ਵੀ ਲਾਈਨ ਆਪਾਂ ਦੇਖੀਏ ਕਿ ਨੌਜਵਾਨਾਂ ਦਾ ਕਿਹੜੀ ਲਾਈਨ 'ਚ ਇੰਟਰਸਟ ਹੈਗਾ, ਉਸ ਲਾਈਨ ਦੀ ਇੰਡਸਟਰੀ ਨੂੰ ਪ੍ਰਫੁੱਲਿਤ ਕਰਨਾ ਪੈਣਾ ਸਾਡੇ ਪੰਜਾਬ 'ਚ। ਤਾਂ ਜਾ ਕੇ ਨੌਜਵਾਨਾਂ ਨੂੰ ਇੱਕ ਆਸ ਦੀ ਕਿਰਨ ਨਜ਼ਰ ਆਊਗੀ ਕਿ ਅਸੀਂ ਜਿਹੜੀ ਵੀ ਡਿਗਰੀ ਕਰ ਰਹੇ ਹਾਂ ਸਾਨੂੰ ਉਸੇ ਲਾਈਨ ਦੀ ਚੰਗੀ ਪੇ ਤੇ ਜੌਬ ਮਿਲ ਰਹੀ ਹੈ, ਠੀਕ ਹੈ। ਪਲੱਸ ਕੁੜੀਆਂ ਲਈ ਸੁਰੱਖਿਆ, ਜਿਵੇਂ ਮੈਂ ਤੁਹਾਨੂੰ ਪੁੱਛਿਆ ਸਵਾਲ ਕਿ 7-8 ਵਜੇ ਤੋਂ ਬਾਅਦ ਤੁਸੀਂ ਸੇਫ ਫੀਲ ਕਰਦੇ ਹੋ ਆਪਣੇ ਸ਼ਹਿਰ 'ਚ, ਤੁਹਾਡੇ ਜਵਾਬ ਆਇਆ ਨਹੀਂ। ਇਹ ਮਹਿਫੂਜ਼ ਰੱਖਣ ਦੀ ਜ਼ਿੰਮੇਵਾਰੀ ਸਾਡੀ ਸਰਕਾਰ ਦੀ ਹੈ ਕਿ ਕੱਲਾ ਬੱਚਾ ਸਾਡਾ ਮਹਿਫੂਜ਼ ਰਵੇ, ਡਰ ਦੇ ਮਾਹੌਲ 'ਚ ਨਾ ਰਵੇ। ਜਿਹੜਾ ਬੱਚਾ ਡਰ ਦੇ ਮਾਹੌਲ 'ਚ ਰਹਿੰਦਾ ਨਾ ਮੈਮ, ਉਹਦੇ ਸੁਪਨਿਆਂ ਦੀ ਮੌਤ ਹੋ ਰਹੀ ਹੈ, ਇਹ ਗੱਲ ਯਾਦ ਰੱਖਿਓ। ਤੇ ਜਿਹੜੇ ਨੌਜਵਾਨ ਦੇ ਸੁਪਨਿਆਂ ਦੀ ਮੌਤ ਹੋ ਜੇ ਨਾ, ਤੇ ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੁੰਦਾ। ਤੇ ਨੌਜਵਾਨਾਂ ਨੂੰ ਵੀ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋਣ ਲੱਗ ਜਾਂਦਾ ਕਿ ਸਾਡਾ ਜਿਹੜਾ ਨੌਜਵਾਨ ਹੈ ਕਿਤੇ ਨਾ ਕਿਤੇ ਡਿਪਰੈਸ਼ਨ ਦਾ ਪੀੜਿਤ ਹੈ। ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ, ਤਾਂ ਹੀ ਉਹ ਨੌਜਵਾਨਾਂ ਨੂੰ ਬਾਹਰ ਭੇਜ ਰਿਹਾ। ਮੈਮ ਸੌਖਾ ਕੰਮ ਨਹੀਂ ਹੈ ਆਪਣੇ ਅੱਖੋਂ ਆਪਣੇ ਬੱਚਿਆਂ ਨੂੰ ਦੂਰ ਕਰਨਾ, ਇਹ ਵੀ ਜਾਣਦੇ ਹੋਏ ਕਿ ਸ਼ਾਇਦ ਸਾਡੀ ਦੁਬਾਰਾ ਮੁਲਾਕਾਤ ਹੋਵੇ ਜਾਂ ਨਾ ਹੋਵੇ, ਫਿਰ ਵੀ ਆਪਣੇ ਬੱਚਿਆਂ ਨੂੰ ਦੂਰ ਭੇਜ ਰਿਹਾ ਕਿ ਸਾਡਾ ਨੌਜਵਾਨ ਸਾਡੇ ਪੰਜਾਬ 'ਚ ਰਹਿ ਕੇ ਡਿਪਰੈਸ਼ਨ ਦਾ ਕਿਤੇ ਸ਼ਿਕਾਰ ਨਾ ਹੋ ਜੇ। ਇਹ ਸਾਡੀਆਂ ਸਰਕਾਰਾਂ ਨੂੰ ਇਹਦੇ ਵੱਲ ਕੰਮ ਕਰਨ ਦੀ ਲੋੜ ਹੈ। ਤੇ ਹੋਰ ਸਰ ਜਿਵੇਂ ਬਿਜਲੀ ਦੇ ਮੁੱਦੇ ਨੇ ਜਾਂ ਹੋਰ ਵੀ ਕਈ ਮੁੱਦੇ ਨੇ, ਉਹਨਾਂ ਬਾਰੇ ਤੁਹਾਡੀ ਕੀ ਰਾਏ ਹੈ? ਬਿਲਕੁਲ ਮੈਮ, ਸਸਤੀ ਬਿਜਲੀ ਮਿਲਣੀ ਚਾਹੀਦੀ ਹੈ। ਇੰਨਾ ਕੁ ਤਾਂ ਤੁਸੀਂ ਮਹਿੰਗਾਈ ਕਰਕੇ ਇੰਨੇ ਟੈਕਸਸ ਲਾਤੇ, ਪੈਟਰੋਲ ਡੀਜ਼ਲ ਤੇ ਇੰਨੇ ਟੈਕਸਸ ਲਾਤੇ, ਲੋਕਾਂ ਦੇ ਤਾਂ ਜੇਬ ਅਲਾਓ ਹੀ ਨਹੀਂ ਕਰਦੀ। ਲੋਕ ਤਾਂ ਇੰਨੇ ਕੁ ਕਰਜ਼ਾਈ ਹੋਏ ਪਏ ਨੇ, ਸਟੇਟ ਤਾਂ ਕਰਜ਼ਾਈ ਕਰਤੀ। ਮਾੜੇ ਨੀਤੀ ਘਾੜਾ ਨੇ, ਜਿਨ੍ਹਾਂ ਨੇ ਨੀਤੀਆਂ ਮਾੜੀਆਂ ਬਣਾਈਆਂ, ਜਿਨ੍ਹਾਂ ਨੇ ਪੰਜਾਬ ਲੁੱਟੇ, ਉਹਨਾਂ ਨੇ ਤਾਂ ਸਟੇਟ ਕਰਜ਼ਾਈ ਕਰਤੀ। ਪਰ ਉਹਦਾ ਇਫੈਕਟ ਕੀ ਪਿਆ? ਇਕਨੋਮੀ ਇੰਨੀ ਪਿੱਛੇ ਚਲੇ ਗਈ, ਸਾਡੇ ਲੋਕ ਵੀ ਕਰਜ਼ਾਈ ਹੋ ਗਏ। ਲੋਕ ਇੰਨੇ ਕੁ ਕਰਜ਼ਾਈ ਹੋ ਗਏ ਕਿ ਉਹਨਾਂ ਨੂੰ ਸਰਵਾਈਵਲ ਨਜ਼ਰ ਹੀ ਨਹੀਂ ਆ ਰਹੀ। ਇਹ ਇੱਕ ਉਮੀਦ ਕਰਕੇ ਹੀ ਉਹਨਾਂ ਨੇ ਝਾੜੂ ਨੂੰ ਵੋਟਾਂ ਪਾਈਆਂ ਸੀ, ਇਸੇ ਉਮੀਦ ਕਰਕੇ ਕਿ ਸਾਡੇ ਆਰਥਿਕ ਹਾਲਾਤ ਸੁਧਰਨਗੇ ਇਹ ਸਰਕਾਰ ਦੇ ਆਉਣ ਨਾਲ। ਪਰ ਹਾਲੇ ਤੱਕ ਤਾਂ ਸੁਧਰੇ ਨਹੀਂ, ਕਰਜ਼ਾ ਹੋਰ ਚੜ ਰਿਹਾ। ਤੇ ਤੁਸੀਂ ਇਹਨਾਂ ਦੀ ਇਸ ਕਾਰਗੁਜ਼ਾਰੀ ਨੂੰ ਕਿੰਨੇ ਨੰਬਰ ਦੇਣਾ ਚਾਹੋਗੇ? ਮੈਮ ਹਲੇ ਇਟਸ ਟੂ ਅਰਲੀ, ਹਲੇ ਤਾਂ ਆਪਾਂ ਸਲਾਹ ਹੀ ਦਈਏ।
ਜਿਹੜੀਆਂ ਇਹ ਗਲਤੀਆਂ ਕਰ ਰਿਹਾ ਉਹਦਾ ਵਿਰੋਧ ਕਰੀਏ, ਪਰ ਹਲੇ ਸਮਾਂ ਦੇਣਾ ਚਾਹੀਦਾ। ਮੈਂ ਇਸ ਗੱਲ ਦੇ ਹੱਕ 'ਚ ਆ। ਕਈ ਵਾਰੀ ਕਿਉਂਕਿ ਜ਼ਿਆਦਾਤਰ ਨਵੇਂ ਚੁਣ ਕੇ ਆਏ ਨੇ, ਸਿਸਟਮ ਨੂੰ ਸਮਝਣ ਲਈ ਵੀ 4-5 ਮਹੀਨੇ ਲੱਗ ਜਾਂਦੇ ਆ। ਤੁਸੀਂ ਸਿਸਟਮ ਨੂੰ ਸਮਝੋ, ਪਰ ਬਾਰ-ਬਾਰ ਪਿਛਲੇ ਸਰਕਾਰਾਂ ਤੇ ਦੋਸ਼ ਨਾ ਲਾਓ। ਜੇ ਉਹਨਾਂ ਨੇ ਮਾੜੇ ਕੰਮ ਕੀਤੇ ਆ ਤਾਂ ਹੀ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਉਹ ਸਾਨੂੰ ਲੋਕਾਂ ਨੂੰ ਪਤਾ ਹੈ ਕਿ ਪਿਛਲੀ ਸਰਕਾਰਾਂ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ। ਲੋਕਾਂ ਨੇ ਤੁਹਾਡਾ ਰਿਜ਼ਲਟ ਦੇਖਣਾ, ਤੁਸੀਂ ਰਿਜ਼ਲਟ ਦੇਣ ਵੱਲ ਜ਼ਿਆਦਾ ਧਿਆਨ ਦਿਓ। ਸਰ ਤੁਹਾਡੇ ਤੇ ਵੀ ਕਿੰਨੀ ਵਾਰ ਆਂਦੇ ਕਿ ਬਈ ਤੁਸੀਂ ਕਿਹੜੀ ਪਾਰਟੀ ਨੂੰ ਪ੍ਰੈਜ਼ੈਂਟ ਕਰ ਰਹੇ ਹੋ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਂ ਪੰਜਾਬ ਨਾਲ ਖੜਾ। ਮੈਂ ਜਿਹੜਾ ਵੀ ਲੀਡਰ ਪੰਜਾਬ ਦੀ ਗੱਲ ਕਰੂਗਾ ਮੈਂ ਉਹਦਾ ਸਾਥ ਦਊਗਾ। ਤੁਹਾਨੂੰ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਮੈਂ ਸ਼ਪ੍ਰੀਤ ਕੌਰ, ਕੈਮਰਾਮੈਨ ਸਤਵੰਤ ਦੇ ਨਾਲ, ਲੁਧਿਆਣਾ ਟਾਈਮਸ।